Dr. Ravi Garg, Director Pioneer Immigration, ICCRC member recognized by Canada government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਜਨਵਰੀ ਦੀ ਡੈਡਲਾਈਨ ਚੱਲਦੀ ਪਈ ਹੈ। ਦਾ ਮਤਲਬ ਇਹ ਕਿ ਆਫਰ ਲੈਟਰ ਤਾਂ ਹੀ ਅਪਲਾਈ ਕਰਨਾ ਅਗਰ ਕਿਸੇ ਨੇ ਜਨਵਰੀ ਵਿੱਚ ਜਾਣਾ ਹੈਗਾ ਤੇ ਡੈਡਲਾਈਨ ਚੱਲਦੀ ਪਈ ਹੈ। ਦਾ ਮਤਲਬ ਇਹ ਕਿ ਅੰਬੈਸੀ ਤਕਰੀਬਨ 6 ਤੋਂ 8 ਕਿਸੇ ਕੇਸ ਦੇ ਵਿੱਚ 10 ਹਫ਼ਤੇ ਤੱਕ ਵੀ ਲੈਂਦੀ ਪਈ ਹੈ। ਕਿਸੇ ਦਾ ਰਿਜ਼ਲਟ ਜਲਦੀ ਵੀ ਆ ਜਾਂਦਾ ਔਰ ਕਿਸੇ ਦਾ 10 ਹਫ਼ਤੇ ਤੋਂ ਵੀ ਲੇਟ ਕਰ ਸਕਦੀ ਹੈ ਅੰਬੈਸੀ, ਪਰ ਜਨਰਲ ਜਿਹੜਾ ਟਾਈਮ ਹੈ ਤਕਰੀਬਨ ਕੋਈ 6 ਤੋਂ 8 ਹਫ਼ਤੇ ਦੇ ਕਰੀਬ। ਤੇ ਦੈਟ ਮੀਨਸ ਕਿ ਜਨਵਰੀ 7 ਦੇ ਕਰੀਬ ਕਲਾਸਿਸ ਸ਼ੁਰੂ ਹੋਣੀਆਂ ਨੇ ਔਰ ਫਿਲਹਾਲ ਤੱਕ ਅੰਬੈਸੀ ਨੇ ਜਿਸ ਤਰ੍ਹਾਂ ਪਹਿਲਾਂ ਅਲਾਓ ਕੀਤਾ ਸੀਗਾ, ਆਨਲਾਈਨ ਕਲਾਸਿਸ ਅਲਾਓ ਨਹੀਂ ਕੀਤੀਆਂ। ਦੈਟ ਮੀਨਸ ਕਿ ਕੈਨੇਡਾ ਦੇ ਵਿੱਚ ਜਾ ਕੇ ਔਰ ਇਨ ਪਰਸਨ ਕਲਾਸਿਸ ਲੱਗਣਗੀਆਂ। ਫਿਲਹਾਲ ਤੱਕ ਦੀ ਇਹ ਰਿਪੋਰਟ ਹੈਗੀ ਹੈ। ਤੇ ਦੈਟ ਮੀਨਸ ਕਿ ਆਪਾਂ ਨੂੰ ਪਾਸਪੋਰਟ ਰਿਕੁਐਸਟ ਪਹਿਲਾਂ ਆਏਗੀ, ਜਿਨ੍ਹਾਂ ਦਾ ਵੀਜ਼ਾ ਲੱਗਣਾ ਹੈਗਾ, ਫਿਰ ਆਪਾਂ ਸਟੈਂਪਿੰਗ ਵਾਸਤੇ ਪਾਸਪੋਰਟ ਭੇਜਾਂਗੇ, ਵੀਜ਼ਾ ਲੱਗ ਕੇ ਆਏਗਾ ਔਰ ਫਿਰ ਟਰੈਵਲ ਕਰਾਂਗੇ। ਟਾਈਮ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ। ਤੇ ਹੁਣ ਜਨਵਰੀ ਵਾਸਤੇ ਲਿਮਿਟਿਡ ਦਾ ਮਤਲਬ ਡੈਡਲਾਈਨ ਟਾਈਮ ਹੈਗਾ। ਜਿਹੜੇ ਆਫਰ ਲੈਟਰ ਵੇਟ ਕਰਦੇ ਪਏ ਨੇ ਉਹ ਵੀ ਆਪਣੀ ਤਿਆਰੀ ਕਰ ਲੈਣ। ਦਾ ਮਤਲਬ GIC ਪੇ ਕਰ ਦੇਣ, ਕਿਉਂਕਿ ਕਾਲਜ ਦੀ ਆਫਰ ਲੈਟਰ ਆਏਗੀ, ਫਟਾਫਟ ਆਪਾਂ ਫੀਸ ਪੇ ਕਰ ਦਾਂਗੇ ਔਰ TT ਡਿਟੇਲ ਦੇ ਨਾਲ ਵੀ ਆਪਾਂ ਫਾਈਲ ਲਾ ਸਕਦੇ ਹਾਂ ਕਾਲਜ ਤੋਂ ਫੀਸ ਰਸੀਦ ਦੀ ਵੇਟ ਕਰਨ ਦੀ, ਤਾਂ ਕਿ ਆਪਾਂ ਨੂੰ ਲੋੜ ਨਹੀਂ ਪੈਣੀ। ਲੇਕਿਨ GIC ਸਰਟੀਫਿਕੇਟ ਨੂੰ ਹਫ਼ਤਾ ਦੇ ਕਰੀਬ ਲੱਗ ਜਾਂਦਾ। ਉਹ ਟਾਈਮ ਬਚਾ ਲਈਏ, ਪਹਿਲਾਂ ਹੀ ਆਪਾਂ GIC ਦਾ ਅਕਾਊਂਟ ਖੋਲ੍ਹ ਕੇ GIC ਦਾ ਅਮਾਊਂਟ ਪੇ ਕਰ ਦਈਏ, ਫੀਸ GIC ਦੀ ਜਿਹੜਾ ਹੈਗਾ ਪੈਸੇ ਪੇ ਕਰ ਦਈਏ ਔਰ ਆਪਣਾ ਟਾਈਮ ਬਚਾਈਏ। ਔਰ ਜਿਹੜੇ ਜਿਨ੍ਹਾਂ ਦੀ ਆਫਰ ਲੈਟਰ ਆ ਚੁੱਕੀ, ਉਹ ਵੀ ਕਈ ਵਾਰੀ ਇਹ ਹੁੰਦਾ ਕਿ ਇੱਕ ਕਾਲਜ ਦੀ ਆਫਰ ਲੈਟਰ ਆਈ ਹੋਈ ਹੈਗੀ ਹੈ, ਦੂਜੇ ਕਾਲਜ ਦੀ ਆਫਰ ਲੈਟਰ ਵਾਸਤੇ ਜੇ ਆਪਾਂ ਲੇਟ ਅਪਲਾਈ ਕਰਦੇ ਹਾਂ ਅੰਬੈਸੀ ਦੇ ਵਿੱਚ ਔਰ ਰਿਜ਼ਲਟ ਨਹੀਂ ਆਉਂਦਾ, ਫਿਰ ਆਪਾਂ ਨੂੰ ਡੈਫਰਮੈਂਟ ਅਪਲਾਈ ਕਰਨੀ ਪੈਂਦੀ ਹੈ। ਤਾਂ ਮਤਲਬ ਕਾਲਜ ਨੂੰ ਆਪਾਂ ਕਹਿੰਦੇ ਆ ਕਿ ਅਗਲੇ ਇਨਟੇਕ ਦੇ ਵਿੱਚ ਜਾਵਾਂਗੇ। ਇਸ ਇਨਟੇਕ ਵਿੱਚ ਮੰਨ ਲਓ ਜਨਵਰੀ ਦੇ ਵਿੱਚ, ਜਨਵਰੀ ਦੀ ਗੱਲ ਕਰਦੇ ਪਏ, ਜਨਵਰੀ ਦੇ ਵਿੱਚ ਆਪਣੀ ਜਿਹੜਾ ਵੀਜ਼ਾ ਨਹੀਂ ਆਇਆ, ਕਾਲਜ ਨੂੰ ਕਹਾਂਗੇ ਕਿ ਨੈਕਸਟ ਇਨਟੇਕ ਦੇ ਦਿਓ। ਮਈ ਦੇ ਵਿੱਚ ਅੱਧੇ ਕੋਰਸਿਸ ਹੈਗੇ ਨੇ, ਅੱਧੇ ਹੈ ਹੀ ਨਹੀਂ ਅਵੇਲੇਬਲ ਜ਼ਿਆਦਾਤਰ ਕਾਲਜਿਸ ਦੇ ਵਿੱਚ, ਔਰ ਜਿਹੜੇ ਅਵੇਲੇਬਲ ਹੈਗੇ ਉਹਨਾਂ ਦੀਆਂ ਵੀ ਸੀਟਾਂ ਘੱਟ ਨੇ। ਤੇ ਆਪਾਂ ਨੂੰ ਮਈ ਦੇ ਵਿੱਚ ਨਾ ਮਿਲਿਆ ਤੇ ਮੰਨ ਲਓ ਫੋਰ ਐਗਜ਼ਾਮਪਲ ਸ਼ੈਰੀਡਨ ਕਾਲਜ ਹੈਗਾ, ਉਸ ਦੇ ਵਿੱਚ ਤਕਰੀਬਨ 100-125 ਪ੍ਰੋਗਰਾਮਸ ਹੈਗੇ ਨੇ, ਲੇਕਿਨ ਮਈ ਦੇ ਵਿੱਚ 5-4 ਪ੍ਰੋਗਰਾਮਸ ਨੇ। ਸੋ ਅਗਰ ਜਨਵਰੀ ਦੇ ਵਿੱਚ ਆਪਾਂ ਨੂੰ ਵੀਜ਼ਾ ਨਾ ਆਇਆ ਟਾਈਮ ਸਿਰ, ਤੇ ਆਪਾਂ ਨੂੰ ਨੈਕਸਟ ਇਨਟੇਕ ਦੀ ਡੈਫਰਮੈਂਟ ਦਾ ਮਤਲਬ ਸਤੰਬਰ ਦੇ ਵਿੱਚ ਜਾਣਾ ਪਏਗਾ। ਕਈ ਵਾਰ ਹੁੰਦਾ ਕਿ ਸਿਰਫ 4-5 ਦਿਨ ਲੇਟ ਹੁੰਦਾ। ਜਿਹੜੀ ਕਲਾਸ ਸਟਾਰਟ ਡੇਟ ਆ ਮੰਨ ਲਓ 7 ਜਨਵਰੀ ਹੈ ਤੇ 10 ਜਨਵਰੀ ਨੂੰ ਆਪਾਂ ਆਪਣਾ ਸਾਰਾ ਕੁਝ ਹੋ ਗਿਆ, ਵੀਜ਼ਾ ਸਟੈਂਪ ਹੋ ਕੇ ਵੀ ਆ ਗਿਆ, ਤੇ ਆਪਾਂ 5-4 ਦਿਨ ਹੀ ਲੇਟ ਹੋਏ, ਲੇਕਿਨ ਇਹ 4-5 ਦਿਨ ਕਰਕੇ ਹੀ ਆਪਾਂ ਨੂੰ ਨੈਕਸਟ ਇਨਟੇਕ ਦਾ ਮਤਲਬ ਸਤੰਬਰ ਦੇ ਵਿੱਚ ਲੈਣਾ ਪੈਣਾ। ਸੋ ਦੈਟ ਮੀਨਸ ਕਿ 8 ਮਹੀਨੇ ਆਪਣੇ ਵੇਸਟ ਹੋ ਜਾਂਦੇ ਨੇ। ਸੋ ਇਹ ਜਿਹੜਾ ਡੈਡਲਾਈਨ ਦਾ ਆਪਣਾ ਖਿਆਲ ਰੱਖਣਾ ਹੈ। ਫਟਾਫਟ ਹੋਣ ਤੋਂ ਬਾਅਦ ਜਲਦੀ ਕਰਕੇ ਆਪਣਾ ਸਾਰਾ ਕੁਝ ਜਿਹੜੀ ਪ੍ਰੈਪਰੇਸ਼ਨ, ਜਿਹੜੀ ਤਿਆਰੀਆਂ ਸ਼ੁਰੂ ਕਰ ਦੇਣੀਆਂ। ਔਰ ਬਾਇਓਮੈਟ੍ਰਿਕ ਡੇਟ ਦੀ ਬੜੀ ਪਲੈਨਿੰਗ ਦੀ ਜ਼ਰੂਰਤ ਪੈਂਦੀ ਹੈਗੀ ਹੈ। ਫੋਰ ਐਗਜ਼ਾਮਪਲ ਕਿ ਆਪਣੀ ਸਾਰੀ ਕਾਲਜ ਦੀ ਆਫਰ ਲੈਟਰ ਆਏਗੀ, ਫੀਸ ਪੇ ਕਰਾਂਗੇ, GIC ਦਾ ਸਰਟੀਫਿਕੇਟ ਆਇਆ ਹੋਵੇ, ਫਾਈਲ ਤਿਆਰ ਕਰਨ ਨੂੰ ਟਾਈਮ ਲੱਗ ਜਾਂਦਾ ਕੰਸਲਟੈਂਟ ਨੂੰ। ਸਟੂਡੈਂਟਸ ਨੂੰ ਕਈ ਵਾਰੀ ਇਹ ਹੁੰਦਾ ਕਿ ਜੀ ਮੇਰੀ ਆਫਰ ਲੈਟਰ ਆ ਗਈ, ਫੀਸ ਜਮ੍ਹਾਂ ਹੋ ਗਈ, ਅੱਜ ਹੀ ਫਾਈਲ ਬਣ ਕੇ ਤਿਆਰ ਹੋ ਜਾਏ, ਲੇਕਿਨ ਐਕਚੁਅਲੀ ਜਿਹੜਾ ਹੈ ਕੋਈ ਵੀ ਕੰਸਲਟੈਂਟ ਹੈਗਾ ਉਸਦੇ ਆਪਣੇ ਕਈ ਵਾਰੀ ਡੈਡਲਾਈਨ ਦੇ ਟਾਈਮ ਹੁੰਦੇ ਨੇ। ਕਈ ਵਾਰੀ ਕੋਈ ਐਮਰਜੈਂਸੀ ਦੇ ਮੈਟਰਸ ਹੁੰਦੇ ਨੇ ਜਿਸ ਦੇ ਵਿੱਚ ਡੈਡਲਾਈਨਸ ਹੁੰਦੀਆਂ ਨੇ। ਫਾਈਲਾਂ ਉਹ ਡੈਡਲਾਈਨਸ ਕਰਕੇ ਕੁਛ ਅੰਬੈਸੀ ਨੇ ਕਾਗਜ਼ ਕਿਸੇ ਦੇ ਮੰਗੇ ਹੁੰਦੇ ਆ, ਕੋਈ ਐਕਸਪਲੇਨੇਸ਼ਨ ਮੰਗੀ ਹੁੰਦੀ ਹੈ, ਉਹ ਸਾਰੀਆਂ ਤਿਆਰ ਕਰਕੇ ਕੰਸਲਟੈਂਟ ਨੇ ਅੰਬੈਸੀ ਨੂੰ ਭੇਜਣੀ ਹੈ ਡੈਡਲਾਈਨ ਤੱਕ। ਇਸ ਦੇ ਇਲਾਵਾ ਜਿਹੜੀਆਂ ਫਾਈਲਾਂ ਲਗਾਉਣ ਵਾਲੀਆਂ ਨੇ ਉਹ ਵੀ ਕਾਫੀ ਹੁੰਦੀਆਂ ਨੇ। 10-20-30 ਫਾਈਲਾਂ ਇੱਕ ਵਾਰੀ ਦੇ ਵਿੱਚ ਚੱਲਦੀਆਂ ਹੁੰਦੀਆਂ ਨੇ, ਜਿਸ ਦੇ ਵਿੱਚ ਤਿਆਰੀਆਂ ਕਰਨੀਆਂ, ਉਹਨਾਂ ਨੂੰ ਚੈੱਕ ਕਰਨਾ ਠੀਕ ਤਰੀਕੇ ਨਾਲ। ਉਹ ਦੇਖੋ
ਜਲਦਬਾਜ਼ੀ ਦੇ ਬਜਾਏ ਭਾਵੇਂ ਥੋੜਾ ਟਾਈਮ ਲੱਗ ਜਾਵੇ, ਲੇਕਿਨ 1 2 3 ਦਿਨ 4 ਦਿਨ ਲੱਗ ਜਾਣ, ਲੇਕਿਨ ਜਲਦਬਾਜ਼ੀ ਕਰਨੀ ਠੀਕ ਨਹੀਂ ਹੈ, ਕਿਉਂਕਿ ਵੀਜ਼ੇ ਦਾ ਸਵਾਲ ਹੈਗਾ। ਜੇ ਕਿਤੇ ਗਲਤੀ ਹੋਗੀ ਤਾਂ ਨੁਕਸਾਨ ਹੋਏਗਾ। ਇਸ ਕਰਕੇ ਅੱਛੀ ਤਰ੍ਹਾਂ ਫਾਈਲ ਚੈੱਕ ਕਰਕੇ ਔਰ ਲਾਣ ਦੇ ਵਿੱਚ ਟਾਈਮ ਚਾਹੀਦਾ ਹੈਗਾ ਕੰਸਲਟੈਂਟ ਨੂੰ, ਸਾਨੂੰ ਵੀ ਔਰ ਨੈਚੁਰਲੀ ਹਰ ਇੱਕ ਕੰਸਲਟੈਂਟ ਨੂੰ। ਸੋ ਜਲਦਬਾਜ਼ੀ ਵੀ ਨਹੀਂ ਕਰਨੀ ਕਿ ਫਟਾਫਟ ਲਾਓ ਫਟਾਫਟ ਲਾਓ, ਉਹ ਜਿਹੜੀ ਹੈ ਦਿੱਕਤ ਕਰੇਗੀ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਤੁਸੀਂ ਆਪਣੀ ਜਿਹੜੀ ਹੈ ਡੈਡਲਾਈਨ ਦਾ ਧਿਆਨ ਰੱਖਦੇ ਹੋਏ ਐਕਸ਼ਨ ਲੈਣਾ ਹੈਗਾ। ਔਰ ਇੱਕ ਗੱਲ ਹੋਰ ਕਿ ਜਿਹੜੇ ਰਿਜ਼ਲਟਸ ਨੇ ਅੰਬੈਸੀ ਦੇ ਜਿਹੜੇ ਇਸ ਵਕਤ, ਉਹ 5.5 ਬੈਂਡ ਅਗਰ ਕਿਸੇ ਵੀ ਮੋਡਿਊਲ ਵਿੱਚ ਹੈਗੇ, ਫਿਲਹਾਲ ਤਕਰੀਬਨ 1.5 ਮਹੀਨੇ ਦੇ ਕਰੀਬ ਹੋ ਗਿਆ ਜਿਸ ਦੇ ਵਿੱਚ ਅੰਬੈਸੀ ਵੀਜ਼ਾ ਨਹੀਂ ਦਿੰਦੀ ਪਈ। ਇੱਕ ਅੰਡਰਸਟੂਡ ਜੀ ਗੱਲ ਹੈ, ਇੱਕ ਨੈਚੁਰਲ ਜੀ ਗੱਲ ਹੈ ਹੈਗਾ। ਅੱਜ ਕਿਸ ਚੀਜ਼ ਨੂੰ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ, ਜਾਂ ਐਡਮਿਸ਼ਨਸ ਨੂੰ ਲੈ ਕੇ ਹੈਗੀ ਹੈ, ਜਾਂ ਅੰਬੈਸੀ ਦੇ ਰਿਜ਼ਲਟਸ ਨੂੰ ਲੈ ਕੇ, ਹਰ ਇੱਕ ਕਾਫੀ ਟੌਪਿਕਸ ਤੇ ਗੱਲਬਾਤ ਹੁੰਦੀ ਹੈਗੀ ਹੈ। ਤੇ ਉਸ ਕਰੰਟ ਸਿਚੁਏਸ਼ਨ ਦੇ ਮੁਤਾਬਕ ਆਪਾਂ ਨੂੰ ਐਕਸ਼ਨ ਲੈਣੇ ਹੁੰਦੇ ਆ। ਸੋ 1.5 ਮਹੀਨੇ ਤੋਂ ਪਿੱਛੇ ਚਲੇ ਜਾਈਏ, ਤਕਰੀਬਨ 2 ਮਹੀਨੇ ਵੀ ਤਕਰੀਬਨ ਹੋ ਗਏ ਨੇ, ਉਸ ਤੋਂ ਪਿੱਛੇ ਚਲੇ ਜਾਈਏ ਤੇ 5.5 ਬੈਂਡ ਵਾਲਿਆਂ ਨੂੰ ਸਾਰਿਆਂ ਨੂੰ ਵੀਜ਼ੇ ਦਿੰਦੇ ਪਏ ਸੀ। ਈਵਨ ਕਿ 6 ਓਵਰਆਲ ਨਾਟ ਲੈਸ ਦੈਨ 5.5 ਇਨ 1 ਮੋਡਿਊਲ ਦੇ ਨਾਲ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵੀ ਸਾਡੇ ਪੋਸਟ ਸੈਕੰਡਰੀ ਦਾ ਛੋਟੇ ਲੈਵਲ ਦਾ ਕੋਰਸ ਹੋਇਆ ਐਜ਼ ਕੰਪੇਅਰ ਟੂ ਪੋਸਟ ਗ੍ਰੈਜੂਏਟ। ਪੋਸਟ ਗ੍ਰੈਜੂਏਟ ਦਾ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਅੱਗੇ ਦਾ ਪ੍ਰੋਗਰਾਮ ਪੋਸਟ ਗ੍ਰੈਜੂਏਟ ਪ੍ਰੋਗਰਾਮ। ਸੋ ਪੋਸਟ ਸੈਕੰਡਰੀ ਇਹ 12ਵੀਂ ਤੋਂ ਬਾਅਦ ਦਾ ਪ੍ਰੋਗਰਾਮ। ਸੋ ਈਵਨ ਕਿ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਾਸਤੇ ਵੀ ਸਾਡੇ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਦੇ ਨਾਲ ਵੀਜ਼ੇ ਆਏ ਸੀ। ਸੋ ਅਸੀਂ ਕੇਸ ਲੈ ਲੈਂਦੇ ਸੀਗੇ ਉਹਨਾਂ ਨੂੰ ਦੇਖ ਕੇ ਜਿਹੜੇ ਵੀਜ਼ੇ ਆਉਂਦੇ ਸੀਗੇ। ਤਾਂ ਲੇਕਿਨ ਇਸ ਵਕਤ ਜਿਹੜੇ ਪਿਛਲੇ 1.5 2 ਮਹੀਨੇ ਤੋਂ ਨਹੀਂ ਆਏ ਵੀਜ਼ੇ, ਤੇ ਇਸ ਵਕਤ ਅਸੀਂ ਇਹ 5.5 ਇਨ 1 ਮੋਡਿਊਲ ਵਾਲੇ ਕੇਸਿਸ ਜਾਂ ਤਾਂ ਨਹੀਂ ਲੈ ਰਹੇ, ਜਾਂ ਫਿਰ ਅਸੀਂ ਕੇਸ ਲਾਉਂਦੇ ਹਾਂ ਰਿਫਿਊਜ਼ ਹੁੰਦਾ, ਸਾਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਔਰ ਅਗਰ ਵੀਜ਼ਾ ਆ ਜਾਂਦਾ ਹੈ ਫਿਰ ਤਾਂ ਕਾਲਜਿਸ ਸਾਨੂੰ ਕੰਪਨਸੇਟ ਕਰਦੇ ਨੇ, ਆਫਿਸ ਦੇ ਖਰਚੇ ਦਿੰਦੇ ਨੇ। ਅਦਰਵਾਈਜ਼ ਉਸੇ ਖਰਚੇ ਨੂੰ ਜਿਹੜਾ ਸਾਨੂੰ ਕੰਪਨਸੇਟ ਕਰਦੇ ਨੇ, ਉਸੇ ਕਰਕੇ ਫੀਸਾਂ ਨਹੀਂ ਲਈਦੀਆਂ, ਘੱਟ ਲਈਦੀਆਂ। 2000 ਰੁਪਏ ਫੀਸ ਹੈਗੀ ਹੈ। ਜਿਹੜੇ ਗੁੱਡ ਕੇਸਿਸ ਨੇ, SDS ਕੇਸਿਸ 6 ਈਚ ਹੋਣੇ ਚਾਹੀਦੇ ਆ ਜਾਂ ਜ਼ਿਆਦਾ, ਮਾਰਕਸ ਚੰਗੇ ਹੋਣੇ ਚਾਹੀਦੇ ਆ। ਗੈਪ ਪੋਸਟ ਸੈਕੰਡਰੀ ਜਿਹੜਾ 12ਵੀਂ ਤੋਂ ਬਾਅਦ ਵਾਲੇ ਪ੍ਰੋਗਰਾਮ ਵਾਸਤੇ 2 ਸਾਲ ਤੋਂ ਘੱਟ, ਔਰ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਾਸਤੇ 5 ਸਾਲ ਤੋਂ ਘੱਟ ਦਾ ਪ੍ਰੋਗਰਾਮ ਨੇ, ਉਹਨਾਂ ਨੂੰ 5 ਸਾਲ ਤੋਂ ਘੱਟ ਦਾ ਗੈਪ ਹੈਗਾ, ਉਹਨਾਂ ਨੂੰ ਅਸੀਂ ਚੰਗੇ ਕੇਸਾਂ 'ਚ ਮੰਨਦੇ ਹਾਂ। ਹਾਲਾਂਕਿ ਇਸ ਤੋਂ ਵੱਧ ਦੇ ਵੀ ਗੈਪ ਦੇ ਜਾਂ ਕਈ ਵਾਰ ਲੋ ਮਾਰਕਸ ਦੇ ਵੀਜ਼ੇ ਲੱਗ ਜਾਂਦੇ ਆ। ਇਸ ਵਕਤ ਅੰਬੈਸੀ ਕੋਲੇ ਮੈਂ ਸਮਝਦਾ ਹੈਗਾ ਕਿ ਕੇਸਿਸ ਕਾਫੀ ਜ਼ਿਆਦਾ ਨੇ, ਐਪਲੀਕੇਸ਼ਨ ਬਹੁਤ ਜ਼ਿਆਦਾ ਨੇ, ਕਿਉਂਕਿ ਜ਼ਿਆਦਾਤਰ ਕੰਟਰੀਜ਼ ਬੰਦ ਸੀਗੇ ਮਾਰਚ ਤੋਂ ਲੈ ਕੇ, ਮਾਰਚ 2020 ਤੋਂ, ਜਦੋਂ ਤੋਂ ਕਰੋਨਾ ਸ਼ੁਰੂ ਹੋਇਆ। ਇਸ ਵਕਤ ਵੀ ਜ਼ਿਆਦਾਤਰ ਕੰਟਰੀਜ਼ ਕਾਫੀ ਬੰਦ ਨੇ। ਆਸਟ੍ਰੇਲੀਆ ਬੰਦ ਹੈ, ਨਿਊਜ਼ੀਲੈਂਡ ਬੰਦ ਹੈ, ਔਰ ਕੋਈ ਵੀਜ਼ਾ ਨਹੀਂ, ਕੋਈ ਟਰੈਵਲਿੰਗ ਨਹੀਂ। ਲੇਕਿਨ ਕੈਨੇਡਾ ਜਿਹੜਾ ਫਸਟ ਜਿਹੜਾ ਪ੍ਰੈਫਰਡ ਕੰਟਰੀ ਹੈਗਾ, ਡੈਸਟੀਨੇਸ਼ਨ ਹੈਗੀ ਹੈ ਸਟੂਡੈਂਟਸ ਦੀ, ਪੇਰੈਂਟਸ ਦੀ, ਖਾਸ ਤੌਰ 'ਤੇ ਪੰਜਾਬ, ਗੁਜਰਾਤ ਦੀ। ਔਰ ਬਹੁਤ ਸਾਰੇ ਲੋਕ ਜਾਣਾ ਚਾਹੁੰਦੇ ਹੈਗੇ ਹੈ ਕੈਨੇਡਾ। ਔਰ ਅਸੀਂ ਲੱਕੀ ਹੈਗੇ ਹਾਂ ਕਿ ਕੈਨੇਡਾ ਅੰਬੈਸੀ, ਕੈਨੇਡਾ ਗੌਰਮੈਂਟ ਨੇ ਬਹੁਤ ਲੀਨੀਅੰਟ ਰੁਖ ਰੱਖਿਆ। ਦਾ ਮਤਲਬ ਆਪਣਾ ਜਿਹੜਾ ਬੜਾ ਚੰਗੇ ਰੂਲ ਰੈਗੂਲੇਸ਼ਨ ਪੋਲਿਸੀਜ਼ ਨੂੰ ਬੜਾ ਲੀਨੀਅੰਟ ਰੱਖਿਆ, ਔਰ ਆਪਣੇ ਹੱਕ ਦੇ ਵਿੱਚ ਰੱਖਿਆ ਕਿ ਇਸ ਵਕਤ ਤਾਂ ਫਲਾਈਟਸ ਵੀ ਡਾਇਰੈਕਟ ਇਵਨ ਚੱਲਦੀਆਂ ਪਈਆਂ ਨੇ। ਵਿੱਚ ਨੂੰ ਜਿਹੜੇ ਲੋਕ ਇਸ ਚੀਜ਼ ਨੂੰ ਸਮਝਦੇ ਹੈਗੇ, ਜਿਨ੍ਹਾਂ ਦਾ ਇੰਟਰਸਟ ਹੈਗਾ, ਜਿਨ੍ਹਾਂ ਦੇ ਬੱਚੇ ਗਏ, ਉਹਨਾਂ ਨੂੰ ਪਤਾ ਥਰਡ ਕੰਟਰੀਜ਼ ਦੇ ਥਰੂ ਜਾਂਦੇ ਰਹੇ ਹੈਗੇ। ਵਿੱਚ ਨੂੰ ਲੋਕਡਾਊਨ ਇੰਡੀਆ ਵਿੱਚ ਵੀ ਰਿਹਾ, ਕੈਨੇਡਾ ਵਿੱਚ ਵੀ ਰਿਹਾ, ਲੇਕਿਨ ਔਨਲਾਈਨ ਕਲਾਸਿਸ ਇੰਡੀਆ ਵਿੱਚ ਬੈਠ ਕੇ ਲੱਗਦੀਆਂ ਰਹੀਆਂ। ਔਰ AIP ਜਦੋਂ ਕਰੋਨਾ ਦੇ ਟਾਈਮ 'ਤੇ ਅਪਰੂਵਲ ਇਨ ਪ੍ਰਿੰਸੀਪਲ ਜਿਹੜੀ ਹੈ ਉਹ ਅਲਾਉ ਕਰ ਦਿੱਤਾ ਅੰਬੈਸੀ ਨੇ, ਜਦੋਂ ਕਿ VFS ਦੇ ਵਿੱਚ ਬਾਇਓਮੈਟ੍ਰਿਕਸ ਨਹੀਂ ਵੀ ਹੁੰਦੇ ਪਏ ਸੀ, ਫਿਰ ਵੀ AIP ਜਿਨ੍ਹਾਂ ਦੀ ਆ ਗਈ ਉਹਨਾਂ ਨੂੰ ਔਨਲਾਈਨ ਕਲਾਸਿਸ ਅਲਾਉ ਕਰ ਦਿੱਤੀਆਂ। ਈਵਨ ਕਿ ਜਿਨ੍ਹਾਂ ਦੀ ਫਾਈਲਾਂ ਅੰਬੈਸੀ ਸੀਗੀਆਂ, AIP ਵੀ ਨਹੀਂ ਆਈ ਸੀਗੀ ਔਰ ਵੀਜ਼ਾ ਵੀ ਨਹੀਂ ਆਇਆ, ਅਪਰੂਵਲ ਵੀ ਨਹੀਂ ਆਈ, ਉਹਨਾਂ ਨੂੰ ਵੀ ਕਾਲਜਿਸ ਨੇ, ਅੰਬੈਸੀ ਨੇ ਔਨਲਾਈਨ ਕਲਾਸਿਸ ਸ਼ੁਰੂ ਕਰਨ ਨੂੰ ਦੀ ਇਜਾਜ਼ਤ ਦੇ ਦਿੱਤੀ। ਸੋ ਇਹ ਸਾਰੇ ਰੂਲਸ ਜਿਹੜੇ ਨੇ, ਲੀਨੀਅੰਟ ਜਿਹੜੇ ਰੂਲਸ ਰੱਖੇ ਅੰਬੈਸੀ ਨੇ, ਕੈਨੇਡਾ ਗੌਰਮੈਂਟ ਨੇ, ਕੈਨੇਡਾ ਅੰਬੈਸੀ ਨੇ ਆਪਣੇ ਹੱਕ ਦੇ ਵਿੱਚ। ਔਰ ਇਸ ਵਕਤ ਵੀ ਇਸੇ ਤਰ੍ਹਾਂ ਬਾਕੀ ਕੰਟਰੀਜ਼ ਬੰਦ, ਲੇਕਿਨ ਵੀਜ਼ੇ ਵੀ ਲੱਗਦੇ ਪਏ ਹੈਗੇ ਆ, ਸਾਰਾ ਕੁਝ ਚੱਲਦਾ ਪਿਆ ਹੈਗਾ।
ਔਰ ਕੈਨੇਡਾ ਅੰਬੈਸੀ ਦੇ ਵਿੱਚ ਅਸੀਂ ਫਾਈਲਾਂ ਬਹੁਤ ਜ਼ਿਆਦਾ ਲਾ ਰਹੇ ਹਾਂ। ਈਵਨ ਸਾਡੇ ਕੋਲੇ ਬੜੇ ਸਾਰੇ ਕੇਸਿਸ ਨੇ, ਹਰ ਇੱਕ ਕੰਸਲਟੈਂਟ ਕੋਲ, ਕਿਉਂਕਿ ਇੰਡੀਆ ਤੋਂ ਵੀ ਬਹੁਤ ਜ਼ਿਆਦਾ ਕੇਸਿਸ ਜਾ ਰਹੇ ਨੇ ਕੈਨੇਡਾ ਦੇ ਵਿੱਚ, ਦੂਜੇ ਕੰਟਰੀਜ਼ ਬੰਦ ਹੋਣ ਕਰਕੇ ਐਪਲੀਕੇਸ਼ਨਸ ਬਹੁਤ ਜ਼ਿਆਦਾ ਨੇ। ਜਿੰਨੀ ਲੋੜ ਆ ਉਹਨਾਂ ਨੂੰ ਤਕਰੀਬਨ 10 ਲੱਖ ਜਿਹੜਾ 1 ਮਿਲੀਅਨ ਜਿਹੜੇ ਇਮੀਗ੍ਰੈਂਟਸ ਲੈਣੇ ਹੁੰਦੇ ਆ ਇਹਨਾਂ ਨੇ 3 ਸਾਲ ਦੇ ਵਿੱਚ। ਇਹਨਾਂ ਨੇ ਇਹੋ ਜਿਹਾ ਪ੍ਰੋਗਰਾਮ ਸੀਗਾ ਇਹਨਾਂ ਦਾ ਕੋਟਾ, ਤੇ ਤਕਰੀਬਨ ਕੋਈ 3-3.5 ਲੱਖ ਦੇ ਕਰੀਬ ਪਰ ਈਅਰ। ਸੋ ਉਸ ਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਨੇ ਸਟੂਡੈਂਟਸ, ਉਹਨਾਂ ਦੀ ਵੀ ਜਿਹੜੀ ਹੈ PR ਕਰਨੀ ਹੈਗੀ, ਉਹਨਾਂ ਨੇ ਡਾਇਰੈਕਟ ਪਰਮਾਨੈਂਟ ਰੈਜ਼ੀਡੈਂਸ ਜਿਹੜੀ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ ਬਾਹਰੋਂ ਜਾਣੇ ਨੇ। ਹੋਰ ਜਿਹੜਾ ਇਨਵੈਸਟਮੈਂਟ ਕੈਟੇਗਰੀ ਦੇ ਵਿੱਚ ਹੈਗੇ, ਐਮਪਲੋਇਮੈਂਟ ਸੈਲਫ ਐਮਪਲੋਇਡ ਕੈਟੇਗਰੀ ਹੈਗੀ ਹੈ, ਜਿਹੜੇ ਸਿੰਗਰਸ ਔਰ ਜਿਹੜੇ ਆਰਟਿਸਟ ਹੈਗੇ ਨੇ, ਜਾਂ ਕਿ ਐਥਲੀਟਸ ਹੈਗੇ ਨੇ, ਜਿਹੜੇ ਪਲੇਅਰਸ ਇੰਟਰਨੈਸ਼ਨਲ ਲੈਵਲ ਦੇ, ਜਾਂ ਜਿਹੜੇ ਕਿ ਪਲੇ ਤੋਂ ਹੀ ਆਪਣੇ ਜਿਹੜੀ ਇਨਕਮ ਔਰ ਰੋਟੀ ਚਲਾਉਂਦੇ ਨੇ। ਮਤਲਬ ਇਹ ਅਲੱਗ-ਅਲੱਗ ਰੂਲਸ ਰੈਗੂਲੇਸ਼ਨ ਨੇ। ਸੈਲਫ ਇੰਪਲੋਇਡ ਕੈਟੇਗਰੀ ਦੀ ਗੱਲ ਕਰ ਰਹੇ ਹਾਂ। ਸੋ ਇਹ ਜਿਹੜੀ ਅਲੱਗ-ਅਲੱਗ ਕੈਟੇਗਰੀਜ਼ ਦੇ ਜ਼ਰੀਏ PNPs ਵੀ ਹੈਗੀਆਂ, ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਦੇ ਜ਼ਰੀਏ, ਜਿਹੜੀ ਦੇ ਰਾਹੀਂ ਅਲੱਗ-ਅਲੱਗ ਪਰਮਾਨੈਂਟ ਰੈਜ਼ੀਡੈਂਸ ਦੀ ਕੈਟੇਗਰੀਜ਼ ਹੈਗੀਆਂ ਨੇ। ਸੋ ਇਹ ਸਾਰੀਆਂ ਮਿਲਾ ਕੇ ਇਹਨਾਂ ਨੇ ਉਨੇ ਹੀ ਜਿਹੜੇ 3.5 ਲੱਖ ਦੇ ਕਰੀਬ ਇਮੀਗ੍ਰੈਂਟਸ ਲੈਣੇ ਹੁੰਦੇ ਆ ਪਰ ਈਅਰ। ਤੋਂ ਕੋਟੇ ਨੂੰ ਦੇਖਦੇ ਹੋਏ ਜੇ ਇਹਨਾਂ ਕੋਲੇ ਮੰਨ ਲਓ ਕਿ 3.5 ਤਾਂ ਟੋਟਲ ਲੈਣੇ ਆ, ਤੇ ਇੱਥੋਂ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਜੀ ਸਾਲ ਦੀਆਂ 4 ਲੈਸ ਦੈਨ 50% ਜਾਂ ਇਸ ਤੋਂ ਘੱਟ, ਤੇ ਪਰਸੈਂਟੇਜ ਤੇ ਵੀ ਡਿਪੈਂਡ ਕਰ ਸਕਦਾ ਹੈਗਾ। ਆਫ ਕੋਰਸ ਇਹ ਸਾਰੀਆਂ ਜਿਹੜੀਆਂ ਚਾਹੇ ਗੈਪ ਲੈ ਕੇ ਹੈਗਾ, ਔਰ ਚਾਹੇ ਪਰਸੈਂਟੇਜ ਲੋ ਹੋਵੇ ਜਾਂ ਗੈਪ ਜ਼ਿਆਦਾ ਹੋਵੇ ਜਾਂ ਬੈਂਡ ਘੱਟ ਹੋਣ, ਜਾਂ ਆਈਲੈਟਸ ਨਹੀਂ ਕੀਤਾ, PTE ਜਿਹੜੀ ਹੈਗੀ ਹੈ ਸੈਕੰਡ ਪ੍ਰੈਫਰੈਂਸ ਤੇ ਹੈਗੀ ਹੈ। ਆਈਲੈਟਸ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਕੈਨੇਡਾ ਅੰਬੈਸੀ। ਆਈਲੈਟਸ ਵਾਲੇ ਜਿਹੜੇ ਸਟੂਡੈਂਟਸ ਨੇ, ਇੱਕ ਬੜੀ ਜਨਰਲ ਬਹੁਤ ਸਾਰੇ ਲੋਕ ਕੁਐਸਚਨ ਪੁੱਛਦੇ ਜਿਨ੍ਹਾਂ ਦੇ ਬੈਂਡ 5.5 ਨੇ, ਨਹੀਂ ਇੰਪਰੂਵ ਹੁੰਦੇ, ਇੱਕ ਵਾਰੀ 2 ਵਾਰੀ ਆਈਲੈਟਸ ਦਿੱਤਾ, ਪੁੱਛਦੇ ਨੇ ਕਿ ਕਿਆ PTE ਐਕਸੈਪਟੇਬਲ ਹੈਗੀ ਆ। ਅੰਬੈਸੀ ਐਕਸੈਪਟ ਕਰਦੀ ਹੈਗੀ ਆ, ਕਾਲਜਿਸ ਵੀ ਐਕਸੈਪਟ ਕਰਦੇ ਆ, ਬੜੇ ਸਾਰੇ ਕਾਲਜਿਸ ਆਫਰ ਲੈਟਰ ਦਿੰਦੇ ਨੇ। ਅੰਬੈਸੀ ਜਿਹੜੀ ਹੈ ਵੀਜ਼ਾ ਵੀ ਦਿੰਦੀ, ਐਕਸੈਪਟ ਵੀ ਕਰਦੀ ਹੈ, ਲੇਕਿਨ ਜਨਰਲ ਕੈਟੇਗਰੀ ਦੇ ਵਿੱਚ ਫਾਈਲ ਲੱਗਦੀ ਹੈਗੀ ਆ, SDS ਦੇ ਵਿੱਚ ਨਹੀਂ ਲੱਗਦੀ। ਸੋ ਸੈਕੰਡ ਪ੍ਰੈਫਰੈਂਸ ਤੇ ਹੈਗੀ, ਜਿਹੜੇ ਕਰ ਸਕਦੇ ਨੇ, ਜਿਨ੍ਹਾਂ ਨੇ ਹਾਲੇ ਸ਼ੁਰੂ ਨਹੀਂ ਕੀਤਾ ਟੈਸਟ ਦੇਣਾ ਹੈਗਾ। ਆਈਲੈਟਸ ਦੇਣਾ ਚਾਹੀਦਾ PTE ਨੂੰ ਸੈਕੰਡ ਪ੍ਰੈਫਰੈਂਸ ਦਾ ਮਤਲਬ 2-3-4 ਵਾਰ ਦੇ ਕੇ ਵੀ ਤੁਹਾਡੇ ਆਈਲੈਟਸ ਦੇ ਬੈਂਡ ਨਹੀਂ ਆਉਂਦੇ, ਫਿਰ PTE ਜਿਹੜਾ ਹੈਗਾ ਦੇਣਾ ਚਾਹੀਦਾ ਹੈਗਾ। ਸੋ ਇਹ ਸਾਰੀਆਂ ਜਿਹੜੀ PTE ਨੂੰ ਜਿਹੜੀ ਸੈਕੰਡ ਪ੍ਰੈਫਰੈਂਸ, ਇਹ ਸਾਰੇ ਜਿਹੜੀ ਮੈਂ ਗੱਲਾਂ ਕੀਤੀਆਂ, ਗੈਪ ਜ਼ਿਆਦਾ ਹੈਗਾ, ਮਾਰਕਸ ਘੱਟ ਹੈਗੇ ਨੇ, ਜਾਂ PTE ਕੀਤੀ ਆਈਲੈਟਸ ਨਹੀਂ ਕੀਤੀ, PTE ਦੇ ਵੀ ਮੰਨ ਲਓ ਸਕੋਰ ਘੱਟ ਨੇ। ਸੋ ਇਹਨਾਂ ਨੂੰ ਬਹੁਤ ਸਾਰੀਆਂ ਰਿਫਿਊਜ਼ਲਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਸ ਵਕਤ। ਕਿਸੇ ਇੱਕ ਸਬਜੈਕਟ +2 ਦਾ ਸਟੂਡੈਂਟ ਹੈਗਾ, ਉਸ ਦੇ ਵਿੱਚ ਇੱਕ ਵੀ ਸਬਜੈਕਟ ਦੇ ਵਿੱਚ ਲੈਸ ਦੈਨ 50% ਇਨ ਥਿਊਰੀ ਹੈਗੀ। ਇਹ ਜਿਹੜੀਆਂ ਮੈਂ ਗੱਲਾਂ ਕਰਦਾ ਪਿਆ ਡਿਟੇਲ ਦੇ ਵਿੱਚ, ਇਹ ਡਿਪੈਂਡ ਕਰਦਾ ਵੀਜ਼ਾ ਆਫਿਸਰ ਤੇ। ਅਗਰ ਲੀਨੀਅੰਟ ਹੈਗਾ ਤੇ ਇੱਕ ਸਾਡਾ 50% ਤੋਂ ਥੱਲੇ ਦਾ ਕਾਲਜਿਸ ਯੂਨੀਵਰਸਿਟੀਜ਼ ਵੀ ਐਡਮਿਸ਼ਨ ਨਹੀਂ ਦਿੰਦੇ, ਅੰਬੈਸੀ ਵੀ ਵੀਜ਼ਾ ਨਹੀਂ ਦੇਣ ਦੇ ਚਾਂਸ ਬਹੁਤ ਹੈ ਨਹੀਂ, ਨੈਗਲੀਜੀਬਲ। ਲੇਕਿਨ ਇੱਕ ਸਾਡਾ 47% ਦਾ, ਜਿਹਨੂੰ ਮੈਂ ਹੀ ਕਹਿੰਦਾ ਪਿਆ ਸੀਗਾ ਕਿ ਤੇਰੇ ਚਾਂਸਿਸ ਬੜੇ ਘੱਟ ਨੇ ਵੀਜ਼ਾ ਲੱਗਣ ਦੇ, ਉਸ ਦੀ ਵੀ 47% ਦੇ ਵੀਜ਼ਾ ਲੱਗ ਗਿਆ ਸੀ। ਯੂਨੀਵਰਸਿਟੀ KPU ਨੇ, ਕਵੈਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ, ਵਨ ਆਫ ਦਾ ਟਾਪ ਪਬਲਿਕ ਯੂਨੀਵਰਸਿਟੀ ਸੀਗੀ, ਉਸਨੇ ਐਡਮਿਸ਼ਨ ਵੀ ਦੇ ਦਿੱਤੀ ਔਰ ਅੰਬੈਸੀ ਨੇ ਵੀਜ਼ਾ ਵੀ ਦੇ ਦਿੱਤਾ। ਸੋ ਡਿਪੈਂਡ ਤਾਂ ਉਸ 'ਤੇ ਲੀਨੀਅੰਟ ਹੈਗਾ ਜਾਂ ਸਟ੍ਰਿਕਟ ਵੀਜ਼ਾ ਫੀਚਰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਆਪਣੀ ਗੱਲ ਕੀਤੀ ਹੈ, ਇਹਨਾਂ ਦੀ ਡੂੰਘਾਈ ਦੇ ਵਿੱਚ ਜਾਂਦਾ ਹੈਗਾ, ਕਿੰਨਾ ਗੈਪ, ਕਿੰਨੇ ਪਰਸੈਂਟੇਜ, ਇੱਕ ਇੱਕ ਚੀਜ਼ ਨੂੰ ਡਿਟੇਲ ਦੇ ਵਿੱਚ। ਮੇਰੀ ਵੀ ਆਦਤ ਹੈਗੀ ਹੈ, ਮੈਂ ਸਟੂਡੈਂਟਸ ਦੀ ਜਦੋਂ ਪ੍ਰੋਫਾਈਲ ਹੁੰਦੀ ਹੈ, ਜਦੋਂ ਆਪਾਂ ਡਿਸਕਸ ਕਰਦੇ ਹੈਗੇ ਹਾਂ ਕਦੋਂ ਪੜ੍ਹਾਈ ਖਤਮ ਹੋਈ ਹੈ, ਔਰ ਇੱਕ ਚੀਜ਼ ਦਾ ਕੁਐਸਚਨ ਆਮ ਹੁੰਦਾ ਹੈ ਕਿ ਜੀ ਮੰਨ ਲਓ ਕਿ 10 ਸਾਲ ਪਹਿਲਾਂ ਪੜ੍ਹਾਈ ਖਤਮ ਕੀਤੀ, ਲੇਕਿਨ ਉਸ ਦੇ ਵਿੱਚ ਬੜਾ ਚਾਹੇ ਗੌਰਮੈਂਟ ਆਫਿਸ ਦੇ ਵਿੱਚ ਜਾਂ ਵਧੀਆ ਜਿਹਾ ਐਕਸਪੀਰੀਅੰਸ ਸੀਗਾ। ਸੋ ਕਹਿੰਦੇ ਜੀ ਗੈਪ ਤਾਂ ਹੈ ਨਹੀਂ, ਗੈਪ ਦਾ ਮਤਲਬ ਇਹ ਤਾਂ ਹੈ ਨਹੀਂ ਵੀ ਕੁਝ ਕੀਤਾ ਨਹੀਂ। ਇਹ ਚੀਜ਼ ਨਹੀਂ ਹੈਗੀ। ਕੰਸੀਡਰ ਕੀ ਹੋਣਾ, ਗੈਪ ਕਿਹਨੂੰ ਕਹਿੰਦੇ ਹੈਗੇ ਵੀ ਤੁਸੀਂ ਲਾਸਟ ਐਜੂਕੇਸ਼ਨ ਪੜ੍ਹਾਈ ਕਦੋਂ ਕੀਤੀ, ਇਸ ਤੋਂ ਬਾਅਦ ਤੁਸੀਂ ਹੋਰ ਪੜ੍ਹਾਈ ਨਹੀਂ ਕੀਤੀ, ਉਹ ਵੀ ਜੈਨੂਅਨ ਪੜ੍ਹਾਈ, ਜਿਹੜੀ ਕਿ ਮੰਨ ਲਓ ਕਿ ਕੋਈ ਕੰਪਿਊਟਰ ਦਾ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਕੰਪਿਊਟਰ ਦਾ ਕੋਰਸ ਕੀਤਾ, ਤੇ ਉਹ ਇਹ ਤਾਂ ਹੈਲਪ ਕਰਦਾ ਵੀ ਕਿੱਥੇ ਸੀਗੇ ਤੁਸੀਂ, ਕਰਦੇ ਕੀ ਪਏ ਸੀ, ਕਿਸੇ ਹੋਰ ਕੰਟਰੀ ਦੇ ਵਿੱਚ ਤਾਂ ਨਹੀਂ ਸੀਗੇ। ਮੰਨ ਲਓ ਕਿ ਕਿਸੇ ਹੋਰ, ਮੰਨ ਲਓ ਸਾਈਪ੍ਰਸ ਦੇ ਵਿੱਚ ਬੈਠੇ ਸੀ, ਫਿਰ ਤੁਸੀਂ ਇੰਡੀਆ ਦੇ ਵਿੱਚ ਕਿੱਦਾਂ ਕੰਪਿਊਟਰ ਕੋਰਸ ਕਰ ਸਕਦੇ ਹੋ? ਜਦੋਂ ਤੁਸੀਂ ਇੰਡੀਆ ਵਿੱਚ ਸੀਗੇ, ਕੰਪਿਊਟਰ ਦਾ ਕੋਰਸ ਕਰ ਰਹੇ ਸੀਗੇ ਪ੍ਰਾਈਵੇਟ ਇੰਸਟੀਚਿਊਟ ਤੋਂ, ਤਾਂ ਉਹ
ਇਸ ਪੜ੍ਹਾਈ ਨੂੰ, ਪ੍ਰਾਈਵੇਟ ਇੰਸਟੀਚਿਊਟ ਦੀ ਪੜ੍ਹਾਈ ਨੂੰ ਕੋਈ ਕੰਸੀਡਰੇਸ਼ਨ ਜਾਂ ਮਾਨਤਾ ਨਹੀਂ ਦਿੱਤੀ ਜਾਂਦੀ। ਸੋ ਮੇਨ ਜਿਹੜੀ ਪੜ੍ਹਾਈ ਦੇਖਦੇ ਆ ਐਮਬੈਸੀ ਅਫੀਸਰ, ਵੀਜ਼ਾ ਅਫੀਸਰ, ਉਹ ਦੇਖਦੇ ਨੇ ਜਿਹੜੇ ਵੈਲਿਡ, ਜਿਹੜੀ ਜੈਨੂਅਨ, ਜਿਹੜੀ ਗੌਰਮੈਂਟ ਇੰਸਟੀਚਿਊਟਸ ਤੋਂ ਪੜ੍ਹਾਈ ਕੀਤੀ ਹੋਵੇ। 2 ਸਾਲ ਦਾ ਕੰਪਿਊਟਰ ਕੋਰਸ ਕਰ ਸਕਦੇ ਹਾਂ, 3 ਸਾਲ ਦਾ ਪ੍ਰਾਈਵੇਟ ਇੰਸਟੀਚਿਊਟ ਤੋਂ। ਔਰ ਆਪਾਂ ਨੂੰ ਤਾਂ ਸਾਰਾ ਪਤਾ ਹੀ ਹੈਗਾ ਕਿ ਪ੍ਰਾਈਵੇਟ ਇੰਸਟੀਚਿਊਟ ਤਾਂ ਐਵੇਂ ਵੀ ਬਣਾ ਕੇ ਦੇ ਹੀ ਦਿੰਦੇ ਨੇ, ਲੇਕਿਨ ਆਫਕੋਰਸ ਜੇ ਐਮਬੈਸੀ ਚੈੱਕ ਚੁੱਕ ਕਰ ਲਏ ਤਾਂ ਬੈਨ ਬੂਨ ਵੀ ਹੋ ਸਕਦਾ। ਕਈ ਗੱਲਾਂ ਦੇਖਣੀਆਂ ਹੈਗੀਆਂ ਨੇ ਜਿਸ ਦੇ ਵਿੱਚ ਆਪਾਂ ਜੈਨੂਅਨ ਐਕਸਪੀਰੀਅੰਸ, ਜੈਨੂਅਨ ਪੜ੍ਹਾਈ ਹੀ ਲਗਾਉਣੀ ਚਾਹੀਦੀ ਹੈਗੀ ਹੈ। ਔਰ ਉਸ ਦਾ ਅਸੀਂ, ਤਾਂ ਕਿ ਹਰ ਇੱਕ ਚੀਜ਼ ਦਾ ਤਰੀਕਾ ਹੈਗਾ, SOP ਦੇ ਵਿੱਚ ਲਿਖਦੇ ਹੈਗੇ ਆ ਕਿ ਕਦੋਂ ਪੜ੍ਹਾਈ ਕੀਤੀ, ਕੀ ਕਰਦੇ ਰਹੇ, ਕਿਉਂ ਕਰਦੇ ਰਹੇ, ਕਿਉਂ ਤੁਹਾਡਾ ਗੈਪ ਪਿਆ, ਉਸ ਗੈਪ ਦੇ ਵਿੱਚ ਕੀ ਕਰਦੇ ਰਹੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਉਹੀ ਅਗੇਨ ਕਿ ਲੀਨੀਅੰਟ ਵੀਜ਼ਾ ਅਫਸਰ ਦੇ ਦੇਗਾ, ਸਟ੍ਰਿਕਟ ਵੀਜ਼ਾ ਅਫਸਰ ਰਿਫਿਊਜ਼ ਕਰ ਦੇਗਾ। ਔਰ ਇੱਕ ਹੋਰ ਮੈਂ ਜਿਹੜੀ ਚੀਜ਼ ਡਿਸਕਸ ਕਰਨਾ ਚਾਹੁੰਦਾ ਹੈਗਾ ਕਿ ਹਫਤੇ ਭਰ ਦੇ ਵਿੱਚ ਹਰ ਸੈਟਰਡੇ ਸਵੇਰੇ 11 ਵਜੇ ਆਪਾਂ ਡਿਸਕਸ ਕਰਦੇ ਹਾਂ ਲੇਟੈਸਟ ਸਿਚੁਏਸ਼ਨ, ਲੇਟੈਸਟ ਗੱਲਬਾਤ ਔਰ ਅਪਡੇਟਸ। ਔਰ ਉਸ ਦੇ ਵਿੱਚ ਹਫਤੇ ਭਰ ਦੇ ਵਿੱਚ ਸਟੂਡੈਂਟਸ ਜਿਹੜੇ ਮੈਨੂੰ ਕੁਐਸਚਨ ਕਰਦੇ ਨੇ, ਗੱਲਬਾਤ ਕਰਦੇ ਨੇ, ਲਾਈਵ ਸੈਸ਼ਨ ਦੇ ਵਿੱਚ ਫੇਸਬੁੱਕ ਮੈਸੇਂਜਰ ਅਲੱਗ-ਅਲੱਗ ਤਰੀਕੇ ਨਾਲ ਜਦੋਂ ਮੈਂ ਮਿਲਦਾ ਹੈਗਾ ਅਤੇ ਗੱਲਬਾਤ ਕਰਦੇ ਹਾਂ, ਅਲੱਗ-ਅਲੱਗ ਕੇਸਿਸ ਮੇਰੇ ਸਾਹਮਣੇ ਆਉਂਦੇ ਨੇ, ਉਹਨਾਂ ਦੇ ਮੈਂ ਨੋਟਸ ਬਣਾ ਕੇ ਡਿਸਕਸ ਕਰਦਾ ਹੈਗਾ। ਸੋ ਇੱਕ ਜਿਹੜੀ ਚੀਜ਼ ਹੈਗੀ ਹੈ ਕਿ ਰਿਫਿਊਜ਼ਲਾਂ, ਜਿਸ ਤਰ੍ਹਾਂ ਮੈਂ ਗੱਲ ਕੀਤੀ ਪਿਛਲੇ ਕੁਝ ਸਾਲਾਂ ਤੋਂ 10 ਵਿੱਚੋਂ 9 ਵੀਜ਼ੇ ਆ ਜਾਂਦੇ ਸੀ, ਅੱਜ ਦੇ ਦਿਨ 5 ਜਾਂ 6, 9 ਵੀਜ਼ੇ ਆਉਣ ਦਾ ਮਤਲਬ 90% ਸਕਸੈਸ ਰੇਟ ਵਿਚ ਇਜ਼ ਵੈਰੀ ਹਾਈ ਗੁੱਡ। ਔਰ ਜਿਹੜੇ ਇਸ ਵਕਤ ਹੈਗੀ ਹੈ 50 to 60% ਦਾ ਮਤਲਬ ਇਹ 10 ਵਿੱਚੋਂ 4-5 ਵੀਜ਼ੇ ਰਿਫਿਊਜ਼ ਹੁੰਦੇ ਪਏ ਨੇ ਸਾਰੇ ਕੰਸਲਟੈਂਟਸ ਦੇ। ਔਰ ਆਲ ਓਵਰ ਇੰਡੀਆ ਦਾ ਮਤਲਬ ਗੁਜਰਾਤ ਹੈਗਾ ਕਿ ਬੰਬੇ ਕਿ ਕਿਤੇ ਵੀ ਹੈਗਾ ਜਾਂ ਪੰਜਾਬ ਹੈਗਾ, ਸਭ ਪਾਸੇ ਜਿਹੜਾ ਹੈਗਾ ਇਹ ਇਸ ਚੀਜ਼ ਦੀ ਦਿੱਕਤ। ਔਰ ਜਦੋਂ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਦੇਖੋ ਜਿਹੜੇ ਮੇਰੇ ਐਕਸਪੀਰੀਅੰਸ ਮੈਂ ਦੇਖਦਾ ਪਿਆ 92% ਮਾਰਕਸ, 85% ਮਾਰਕਸ, 6 ਈਚ, ਉਸ ਤੋਂ ਹਾਇਰ ਬੈਂਡਸ, 7 ਬੈਂਡਸ। ਔਰ ਇਹ ਸਾਰਾ ਜਿਹੜਾ ਇਹਨਾਂ ਨੂੰ ਤਾਂ ਵੀਜ਼ੇ ਸਾਰਿਆਂ ਦੇ ਆ ਹੀ ਰਹੇ ਨੇ। ਔਰ ਅਗਰ ਕਿਸੇ ਚੰਗੇ ਪ੍ਰੋਫਾਈਲ ਦੇ ਕੇਸ ਦਾ ਅਗਰ ਰਿਫਿਊਜ਼ ਹੋ ਜਾਂਦਾ ਹੈਗਾ ਤੇ ਰੀਅਪਲਾਈ ਕਰਦੇ ਹੈਗੇ ਆ, ਦੁਬਾਰਾ ਐਮਬੈਸੀ ਨਾਲ ਗੱਲਬਾਤ ਕਰਦੇ ਆ, ਔਰ ਚੰਗੇ ਪ੍ਰੋਫਾਈਲ ਦੇ ਤੇ ਵੀਜ਼ੇ ਆ ਹੀ ਜਾਂਦੇ ਨੇ। ਕਈ ਵਾਰੀ ਵੀਕ ਪ੍ਰੋਫਾਈਲ ਦੇ ਵੀ ਵੀਜ਼ੇ ਆ ਜਾਂਦੇ ਨੇ, ਲੇਕਿਨ ਜਦੋਂ ਆਪਣੇ ਕੇਸ ਦੇ ਵਿੱਚ ਕਮਜ਼ੋਰੀਆਂ ਨੇ ਤਾਂ ਫਿਰ ਆਪਾਂ ਗਰੰਟੀ ਨਹੀਂ ਸੋਚ ਸਕਦੇ, ਗਰੰਟੀ ਤਾਂ ਕਿਸੇ ਵੀ ਕੇਸ ਚੀਜ਼ ਦੀ ਨਹੀਂ ਲੈ ਸਕਦੇ। ਔਰ ਮੈਂ ਕੱਲ ਕਿਸੇ ਨਾਲ ਗੱਲਬਾਤ ਹੁੰਦੀ ਪਈ ਸੀਗੀ, ਉਹ ਕਹਿੰਦੇ ਜੀ ਸਾਡੀਆਂ 3 ਰਿਫਿਊਜ਼ਲਾਂ ਨੇ, ਤੁਹਾਡੇ ਜਿਹੜਾ ਇਹ ਆਪਾਂ ਅਪਲਾਈ ਕਰੀਏ ਤੇ ਕਿਆ ਤੁਹਾਡੀ ਗਰੰਟੀ ਹੈ? ਤੇ ਅਸੀਂ ਤਾਂ ਪਾਇਨੀਅਰ ਇਮੀਗ੍ਰੇਸ਼ਨ 100% ਜੈਨੂਅਨ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੀ ਆਪਣੀ ਕੰਪਨੀ ਤੁਹਾਡੇ ਵਾਸਤੇ 100% ਜੈਨੂਅਨ ਗੱਲ ਕਰਦੀ, ਕਦੇ ਵੀ ਇੱਧਰ ਉੱਧਰ ਦੀ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਕਰਦੀ। ਕੰਸਲਟੈਂਟਸ ਬਹੁਤ ਸਾਰੇ ਗਰੰਟੀਆਂ ਦੇ ਦਿੰਦੇ ਨੇ। ਮੈਂ ਹੈਰਾਨ ਸੀ ਇੱਕ ਦਿਨ ਵੀ ਜਿਹੜਾ ਆਫਿਸ ਤੋਂ ਨਿਕਲਿਆ ਤੇ ਸਾਹਮਣੇ ਬੋਰਡ ਕਿ ਰਿਫਿਊਜ਼ਲ ਸਪੈਸ਼ਲਿਸਟ 100% ਗਰੰਟੀ, ਬਿਲਕੁਲ ਝੂਠ। ਮੈਂ ਇੱਕ ਪ੍ਰੂਫ ਦੇ ਤੌਰ ਤੇ ਤੁਸੀਂ ਗੂਗਲ ਤੇ ਲਿਖੋ, ਐਮਬੈਸੀ ਨੇ ਵੀਡੀਓ ਬਣਾਈ ਇਸ ਗੱਲ ਦੀ ਜਿਹੜੀ ਕਿ ਬਿਲਕੁਲ 1.5 ਮਿੰਟ ਦੀ ਹੈਗੀ ਆ, ਲੇਕਿਨ ਉਸ ਤੁਹਾਡੀ ਇਸ ਮਾੜੀ ਸਿਚੁਏਸ਼ਨ ਨੂੰ, ਜੋ ਤੁਹਾਡੇ ਨਾਲ ਹੋਣ ਵਾਲਾ ਹੈਗਾ ਜਾਂ ਹੋਏਗਾ, ਜਿਹੜੇ ਕੰਸਲਟੈਂਟ ਗਰੰਟੀ ਦੇਣਗੇ ਉਹ ਤੁਹਾਡਾ ਕੀ ਹਾਲ ਕਰਨਗੇ, ਇਸ ਦੇ ਬਾਰੇ 1.5 ਮਿੰਟ ਦੀ ਬੜੀ ਸ਼ਾਰਟ ਔਰ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਐਮਬੈਸੀ ਨੇ, ਖੁਦ ਕੈਨੇਡਾ ਐਮਬੈਸੀ ਨੇ। ਔਰ ਕਿਵੇਂ ਤੁਸੀਂ ਦੇਖ ਸਕਦੇ ਹੋ, ਗੂਗਲ ਦੇ ਉੱਪਰ ਲਿਖਣਾ ਡੋਂਟ ਬੀ ਏ ਵਿਕਟਿਮ ਆਫ ਡਿਸਅਪੀਅਰਿੰਗ ਐਕਟ। ਇਹ ਵਰਡ ਜਦੋਂ ਲਿਖਾਂਗੇ, ਕਲਿੱਕ ਕਰਾਂਗੇ, ਐਂਟਰ ਕਰਾਂਗੇ ਤੇ ਆਪਾਂ ਉਸ ਕੈਨੇਡਾ ਐਮਬੈਸੀ ਦੀ ਵੈਬਸਾਈਟ ਤੇ ਉਸ ਥਾਂ ਤੇ ਚਲੇ ਜਾਵਾਂਗੇ ਜਿੱਥੇ ਉਹ ਵੀਡੀਓ ਪਈ ਹੈ। ਔਰ ਉਸ ਵੀਡੀਓ ਨੂੰ ਕਲਿੱਕ ਕਰਾਂਗੇ ਜਦੋਂ ਆਪਾਂ, ਤੇ ਆਪਾਂ ਉਹ ਵੀਡੀਓ ਦੇਖ ਸਕਦੇ ਹਾਂ ਕਿ ਵੀ ਉਸ ਦੇ ਵਿੱਚ ਕਿਵੇਂ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਗਰੰਟੀ ਦਿੰਦਾ ਔਰ ਕੈਸ਼ ਮੰਗਦਾ ਹੈਗਾ, ਜਿਸ ਦੀ ਰਸੀਦ ਕੋਈ ਨਹੀਂ, ਬੈਂਕ ਦੇ ਵਿੱਚ ਨਹੀਂ ਪੈਸੇ ਲੈਣੇ, ਔਰ ਉਹ ਸਾਰਾ ਕੁਝ ਡਿਸਅਪੀਅਰ ਦਾ ਮਤਲਬ ਬਾਅਦ ਦੇ ਵਿੱਚ ਸਭ ਕੰਸਲਟੈਂਟ ਨਜ਼ਰ ਹੀ ਨਹੀਂ ਆਉਂਦਾ ਕਿੱਥੇ ਹੈਗਾ। ਸੋ ਇਹ ਤੁਸੀਂ ਆਪ ਹੀ ਜ਼ਰੂਰ ਦੇਖਿਆ ਜੇ, ਕਿਉਂਕਿ ਮੇਰੇ ਕਹਿਣ ਨਾਲ ਦਾ ਫਰਕ ਹੈਗਾ, ਜਦੋਂ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਉਹ ਚੀਜ਼ ਦੇਖੋਗੇ ਤੇ ਫਰਕ ਪੈਂਦਾ ਹੈਗਾ। ਦੂਸਰਾ, ਉਸ ਨਾਲ ਕੱਲ ਗੱਲਬਾਤ ਹੋ ਰਹੀ ਸੀਗੀ, ਉਹ ਕਹਿੰਦੇ ਕਿ ਜੀ ਕਿਸੇ ਕੰਸਲਟੈਂਟ ਨੇ ਫਲਾਣਾ ਕਾਲਜ ਦੱਸਿਆ, ਮੇਰੇ ਕੋਲ ਆਪਸ਼ਨ ਆ ਰਹੇ ਸੀਗੇ ਤੇ ਮੈਂ ਜਿਹੜੀਆਂ ਆਪਸ਼ਨਸ ਦਿੱਤੀਆਂ ਉਸ ਦੇ ਵਿੱਚ ਉਸ ਕਾਲਜ ਦਾ ਨਾਮ ਨਹੀਂ ਸੀਗਾ।
ਉਹ ਕਹਿੰਦੇ ਜੀ ਕਿਸੇ ਕੰਸਲਟੈਂਟ ਨੇ ਇਹ ਵਾਲਾ ਕਾਲਜ ਦੱਸਿਆ ਔਰ ਉਹ ਗਰੰਟੀ ਦਿੰਦਾ ਪਿਆ। ਇਹ ਗੱਲ ਤੇ ਗਰੰਟੀ ਗਲਤ, ਕਿਉਂਕਿ ਉਹਦੇ ਵਿੱਚ ਇਸ ਵੀਡੀਓ ਦੀ ਜਿਹੜੀ ਮੈਂ ਗੱਲ ਕੀਤੀ ਸੀ ਉਹਦੇ ਵਿੱਚ ਖਾਸ ਤੌਰ ਤੇ ਦੱਸਿਆ ਕੀ ਹੈਗਾ, ਛੋਟੇ ਤੇ ਵੀ ਦੱਸਦਾ। ਉਹ ਕਹਿੰਦਾ ਜੇ ਤੁਹਾਨੂੰ ਇੰਗਲਿਸ਼ ਦੇ ਵਿੱਚ ਹੈਗੀ ਆ ਹਾਲਾਂਕਿ ਵੀਡੀਓ ਉਹ, ਲੇਕਿਨ ਉਹਦਾ ਮੈਂ ਪੰਜਾਬੀ ਚ ਦੱਸਦਾ ਪਿਆ ਕਿ ਉਹ ਕਹਿੰਦਾ ਹੈ ਕਿ ਜੇ ਤੁਹਾਨੂੰ ਕੋਈ ਚੀਜ਼ ਜ਼ਿਆਦਾ ਹੀ ਵਧੀਆ ਲੱਗਦੀ ਹੈ, ਕਿ ਜ਼ਿਆਦਾ ਹੀ ਇਹੋ ਜਿਹੀ ਲੱਗਦੀ ਹੈ ਕਿ ਕੰਨਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਕਿ ਇਹ ਇਦਾਂ ਵੀ ਹੋ ਸਕਦਾ। ਮੰਨ ਲਓ ਕਿ ਵੀਜ਼ਾ, ਹੁਣ ਮੰਨ ਲਓ ਕਿ 55% ਵਾਲੇ ਨੂੰ ਕੋਈ ਗਰੰਟੀ ਦਿੰਦਾ ਪਿਆ। ਹੁਣ ਅਸੀਂ ਸਾਡੇ ਕੋਲੇ ਕੋਈ ਵੀ ਆ ਜੇ, ਅਸੀਂ ਆਪਣੇ ਹਰ ਆਫਿਸ ਦੇ ਬਾਹਰ ਹੀ ਲਿਖਿਆ ਨੋ ਵੀਜ਼ਾ ਗਰੰਟੀ, ਲੇਕਿਨ ਕਿਸੇ ਕੋਲੇ ਮੰਨ ਲਓ ਉਹੀ ਗਰੰਟੀ ਦੇਣ ਵਾਲੇ ਚਲੇ ਜਾਏ ਤੇ ਉਹਨਾਂ ਨੂੰ 55% ਨੂੰ ਗਰੰਟੀ ਦਿੰਦੇ ਪਏ, ਤੇ ਉਹ ਕਿਵੇਂ ਹੈਗਾ ਕਿ ICCRC ਮੈਂਬਰ ਸਾਡੀ ਜਿਹੜੀ 2003 ਤੋਂ ਕੰਪਨੀ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਨਾਮ ਆਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਦੀ ਲਿਸਟ ਦੇ ਵਿੱਚ, ਉਹ ਤਾਂ ਨਹੀਂ ਗਰੰਟੀ ਦਿੰਦਾ ਪਿਆ। ਔਰ ਕੋਈ ਹੋਰ ਜਿਹੜਾ ਸਿੰਪਲ ਕੋਈ ਕੰਸਲਟੈਂਟ ਐਵੇਂ ਹੀ ਜਿਹੜਾ ਹੈਗਾ ਉਹ ਗਰੰਟੀ ਦਿੰਦਾ ਪਿਆ। ਇਹ ਕੰਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ, ਤੇ ਫਿਰ ਤੁਹਾਨੂੰ ਇਹ ਸੋਚਣਾ ਪਏਗਾ ਵੀ ਕਿਆ ਇਹ ਸਹੀ ਵੀ ਹੈ। ਸੋ ਉਹ ਅਗੇਨ ਕਿ ਉਹ ਜਿਹੜੀ ਤੁਸੀਂ ਵੀਡੀਓ ਜਿਹੜੀ ਹੈ ਤੁਹਾਡੀ ਹੈਲਪ ਕਰੇਗੀ, ਲੇਕਿਨ ਉਹ ਕਹਿੰਦੇ ਕਿ ਉਹ ਵਾਲਾ ਕਾਲਜ ਕੋਈ ਕਹਿੰਦਾ ਪਿਆ, ਤੇ ਉਸ ਕਾਲਜ ਨੂੰ ਮੈਂ ਕਿਹਾ ਉਸ ਦੇ ਵਿੱਚ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈਗਾ, ਤੇ ਨੈਚੁਰਲੀ ਬੰਦਾ ਸੋਚਦਾ ਕਿ ਚਲੋ ਜੀ ਗਰੰਟੀ ਤਾਂ ਦਿੰਦਾ ਪਿਆ ਹੁਣ, ਲੇਕਿਨ ਗਰੰਟੀ ਦੇ ਮੂੰਹ ਜ਼ਬਾਨੀ ਕਹਿ ਦੇਣਾ, ਹੁਣ ਅਸੀਂ ਤਾਂ ਰੱਬ ਦੇ ਬੰਦੇ, ਜਦੋਂ ਅਸੀਂ ਗੱਲ ਕਰਦੇ ਹਾਂ ਅਸੀਂ ਰੱਬ ਦੇ ਬੰਦੇ ਹੈਗੇ ਹਾਂ, ਤੇ ਕਿੱਦਾਂ ਝੂਠ ਬੋਲ ਦਾਂਗੇ। ਤੇ ਅਸੀਂ ਤਾਂ ਗਰੰਟੀ ਨਹੀਂ ਦਿੰਦੇ, ਲੇਕਿਨ ਜਿਹੜਾ ਗਰੰਟੀ ਦਊਗਾ ਉਹ ਮੂੰਹ ਜ਼ਬਾਨੀ ਕਹਿ ਦਿੱਤਾ ਹੈ, ਬਾਅਦ ਦੇ ਵਿੱਚ ਕਹਿ ਦੂਗਾ ਜੀ ਵੀਜ਼ਾ ਅਫਸਰ ਕੋਈ ਚੇਂਜ ਹੋ ਗਿਆ, ਵੀਜ਼ਾ ਅਫਸਰ ਕੋਈ ਸਟ੍ਰਿਕਟ ਮਿਲ ਗਿਆ ਸੀਗਾ, ਕੁਝ ਵੀ ਕਹਿ ਦੇਣਗੇ ਔਰ ਕੁਝ ਵੀ ਬਹਾਨਾ ਜਾਂ ਕੁਝ ਵੀ ਕਹਿ ਕੇ ਆਪਣਾ ਜਿਹੜਾ ਹੈਗਾ ਖਹਿੜਾ ਛੜਾ ਲੈਣਗੇ। ਲੇਕਿਨ ਗੱਲ ਇਹ ਹੈਗੀ ਹੈ ਕਿ ਜਦ ਤੱਕ ਕੋਈ ਗਰੰਟੀ ਦਿੰਦਾ ਤੁਸੀਂ ਵੀ ਲਿਖ ਕੇ ਲਓ। ਔਰ ਮੈਂ ਕੱਲ ਕਿਸੇ ਨਾਲ ਗੱਲ ਜਦੋਂ ਕਰ ਰਿਹਾ ਸੀ, ਤੇ ਜੇ ਲੋ ਮਾਰਕਸ ਨੇ, ਲੋ ਬੈਂਡਸ ਨੇ, ਗੈਪ ਜ਼ਿਆਦਾ ਹੈਗਾ, ਤੇ ਉਹ ਕਹਿੰਦਾ ਜੀ ਮੈਂ 5000 ਲਊਂਗਾ, ਤੇ ਤੁਸੀਂ ਨਾਲ ਗਰੰਟੀ ਹੈਗੀ ਹੈ, ਤੇ 5000 ਕਿਉਂ? ਜੇ ਸਾਡੇ ਵਰਗਾ ਕੋਈ ਗਰੰਟੀ ਨਹੀਂ ਦਿੰਦਾ ਉਹ 5000 ਲੈਂਦਾ, 5000 ਨਹੀਂ 50000 ਦੇਣ ਨੂੰ ਵੀ ਤਿਆਰ ਹੈਗਾ ਆਪਾਂ। ਲੇਕਿਨ ਫਿਰ ਜੇ ਉਹ ਗਰੰਟੀ ਦਿੰਦਾ ਪਿਆ ਦੈਟ ਮੀਨਸ ਪੱਕਾ ਲੱਗੂਗਾ, ਅਗਰ ਨਹੀਂ ਲੱਗੂਗਾ ਤੇ ਫਿਰ ਉਹ ਲੱਖ ਰੁਪਇਆ ਦੇਊਗਾ ਆਪਣੇ ਕੋਲੋਂ। ਤੇ ਇਹ ਚੀਜ਼ਾਂ ਜਿਹੜੇ ਪੱਕੇ ਪੈਰੀ ਹੈ, ਤਸੱਲੀ ਕਰਕੇ ਹੀ ਆਪਾਂ ਇਹ ਗੱਲਾਂ ਕਰਨੀਆਂ। ਐਵੇਂ ਆਪਾਂ ਨੂੰ ਕੋਈ ਮੂਰਖ ਬਣਾ ਜਾਵੇ। ਅਸੀਂ ਤਾਂ ਫਿਰ ਉਹੀ ਅਗੇਨ ਕਿ ਰੱਬ ਦੇ ਬੰਦੇ ਬਹੁਤ ਧਿਆਨ ਰੱਖਦੇ ਆ ਹਰ ਇੱਕ ਗੱਲ ਦਾ। ਹਰ ਇੱਕ ਆਫਿਸ ਦੇ ਵਿੱਚ ਨੋ ਵੀਜ਼ਾ ਗਰੰਟੀ ਦਾ ਬੋਰਡ ਲਾਇਆ ਹੋਇਆ ਹੈਗਾ। ਜਦੋਂ ਅਸੀਂ ਕੇਸ ਲਾਉਂਦੇ ਹਾਂ ਉਦੋਂ ਵੀ ਸਾਈਨ ਕਰਾਉਂਦੇ ਵੀ ਵੀਜ਼ਾ ਦੀ ਗਰੰਟੀ ਨਹੀਂ ਹੋ ਸਕਦੀ। ਅਗਰ ਕਿਸੇ ਨੇ ਇਹ ਕਹਿ ਕੇ ਕੇਸ ਦੇਣਾ ਸਾਨੂੰ ਕਿ ਜੀ ਤੁਹਾਡੀ ਗਰੰਟੀ ਹੈ ਤਾਂ ਹੀ ਦੇਵਾਂਗੇ, ਤੇ ਫਿਰ ਨਹੀਂ, ਅਸੀਂ ਇਹ ਝੂਠ ਬੋਲਣ ਨੂੰ ਤੁਹਾਡੇ ਨਾਲ ਤਿਆਰ ਨਹੀਂ ਹੈਗੇ, ਕਿਉਂਕਿ ਅਸੀਂ ਤੁਹਾਡੇ ਬੰਦੇ ਹੈਗੇ ਆ, ਤੁਹਾਡੀ ਕੰਪਨੀ ਹੈਗੀ ਹੈ। ਕੰਮ ਲੈਣ ਵਾਸਤੇ, ਬਿਜ਼ਨਸ ਲੈਣ ਵਾਸਤੇ, ਬਿਜ਼ਨਸ ਨੂੰ ਵਧਾਉਣ ਵਾਸਤੇ ਸਾਨੂੰ ਇੰਨਾ ਝੂਠ ਮਾਰਨ ਦੀ ਜ਼ਰੂਰਤ ਨਹੀਂ। ਕਿਉਂਕਿ ਇੱਕ ਗੱਲ, ਸੱਚੀ ਗੱਲ ਇਹ ਵੀ ਹੈਗੀ ਹੈ ਕਿ ਜਿਹੜੇ ਸਿਆਣੇ ਸਮਝਦਾਰ ਲੋਕ ਨੇ ਉਹ ਇਹਨਾਂ ਜਿਹੜੀ ਸੱਚਾਈਆਂ ਦਾ, ਰੱਬ ਦੇ ਬੰਦੇ ਹੋਣ ਦਾ, ਚੰਗਿਆਈ ਦਾ, ਸੱਚੇ ਸੁੱਚੇ ਹੋਣ ਦਾ ਬਹੁਤ ਵੈਲਿਊ ਕਰਦੇ ਨੇ। ਬਹੁਤ ਦੂਰੋਂ ਦੂਰੋਂ, ਬਹੁਤ ਜੈਪੁਰ, ਬੰਬੇ ਔਰ ਪਤਾ ਨਹੀਂ ਕਿੱਥੋਂ, ਹਰਿਆਣਾ ਤੋਂ, ਔਰ ਕੋਈ ਕੁਰੂਕਸ਼ੇਤਰਾ, ਕੋਈ ਕੈਥਲ, ਕੋਈ ਹੋਰ ਜਿਹੜਾ ਸਾਰੀ ਥਾਂ ਤੋਂ ਦੂਰੋਂ ਦੂਰੋਂ ਆਉਂਦੇ ਨੇ। ਬੜੇ ਗੰਗਾ ਨਗਰ ਤੋਂ ਕਈ 3-4-5 ਘੰਟੇ ਦਾ ਸਫ਼ਰ ਤੈਅ ਕਰਕੇ। ਥੋੜ੍ਹੇ ਦਿਨ ਪਹਿਲਾਂ ਮੈਂ ਵਟਸਐਪ 'ਤੇ ਸਟੇਟਸ 'ਤੇ ਪਾਇਆ ਸੀ ਔਰ ਮੈਂ ਮਿਲਿਆ, ਤੇ ਜੰਮੂ ਤੋਂ ਬੰਦੇ ਆਏ ਹੋਏ ਸੀਗੇ, ਤਕਰੀਬਨ ਕੋਈ 4.5 ਘੰਟੇ ਦਾ, 450 ਕਿਲੋਮੀਟਰ ਸੀਗਾ। ਸਵੇਰੇ 4-5 ਵਜੇ ਟ੍ਰੇਨ 'ਤੇ ਬੈਠ ਕੇ ਵੀਜ਼ਾ ਲੈਣ ਆਏ ਸੀ ਸਾਡੇ ਕੋਲੇ। ਮੈਂ ਹੈਰਾਨ ਤਾਂ ਸੀਗਾ ਹੀ, ਲੇਕਿਨ ਦੇਖੋ ਉਹਨਾਂ ਨੂੰ ਵੀਜ਼ਾ ਹੈਂਡਓਵਰ ਕੀਤਾ ਸੀਗਾ ਮੈਂ, ਕਿਉਂਕਿ ਮੇਨਲੀ ਜਦੋਂ ਪਹਿਲੀ ਵਾਰ ਡਿਸਕਸ ਕਰਦੇ ਹਾਂ ਕਿ ਇਸਕੇ ਰਾਹ ਕਿਹੜਾ ਫੜਨਾ, ਕਾਲਜ ਕੋਰਸ ਕਿਵੇਂ, ਉਸਦਾ ਕਾਲਜ ਕਿਵੇਂ ਉਸਦੀ ਫਾਈਲ ਨੂੰ ਰਿਪਰਜੈਂਟ ਕਰਨਾ, ਕਿਵੇਂ ਉਸਦੀ ਫਾਈਲ ਨੂੰ ਬਣਾਉਣਾ ਹੈਗਾ, ਉਹ ਸਾਰਾ ਰੂਪ ਰੇਖਾ ਤਿਆਰ ਕਰ ਲੈਣੀ ਹੈਗੀ ਇੱਕ ਵਾਰੀ। ਉਸ ਤੋਂ ਬਾਅਦ ਉਸ ਰੂਪ ਰੇਖਾ 'ਤੇ ਚੱਲਣ ਵਾਸਤੇ ਕਾਲਜ ਨੂੰ ਅਪਲਾਈ ਕਰਨਾ ਹੈ, ਤੇ ਐਪਲੀਕੇਸ਼ਨ ਫਾਰਮ ਭੇਜਣਾ ਹੈਗਾ, ਉਹ ਵੀ ਕਲੈਰੀਕਲ ਕੰਮ ਹੈਗਾ। ਅੰਬੈਸੀ ਨੂੰ ਭੇਜਣ ਵਾਸਤੇ ਕੋਈ ਫਾਰਮ ਤਿਆਰ ਕਰਨਾ ਹੈਗਾ, ਉਸ ਨੂੰ ਮੈਂ ਵੀ ਚੈੱਕ ਕਰ ਲੈਣਾ, ਤੁਸੀਂ ਵੀ ਚੈੱਕ ਕਰ ਲੈਣਾ ਵੀ ਕੋਈ ਡੇਟ ਆਫ ਬਰਥ ਕੋਈ ਚੀਜ਼ ਗਲਤ ਤਾਂ ਨਹੀਂ ਭਰੀ ਗਈ, ਉਹ ਵੀ ਕਲੈਰੀਕਲ ਵਰਕ ਹੈਗਾ। ਸੋ ਇਹ ਤਾਂ ਫਿਰ ਉਸ ਤੋਂ ਬਾਅਦ ਸਾਰੀ ਫਾਈਲ ਤਿਆਰ ਹੋਣੀ ਹੈ, ਮੈਂ ਚੈੱਕ ਕਰਨੀ ਹੈਗੀ ਹੈ, ਔਰ ਉਹ ਜਿਹੜੀ ਫਾਈਨਲ ਵਰਕ ਹੈਗਾ। ਲੇਕਿਨ ਵਿੱਚ ਨੂੰ ਕਾਫੀ ਕੰਮ ਕਲੈਰੀਕਲ ਹੁੰਦਾ ਹੈਗਾ। ਮੰਨ ਲਓ ਮੈਡੀਕਲ ਦੀ ਡੇਟ ਬੁੱਕ ਕਰਨੀ ਹੈ, ਮੰਨ ਲਓ ਬਾਇਓਮੈਟ੍ਰਿਕਸ ਦੀ ਡੇਟ ਬੁੱਕ ਕਰਵਾਉਣੀ ਹੈਗੀ ਹੈ। ਸੋ ਇਹ ਸਾਰੇ ਕਲੈਰੀਕਲ ਕੰਮ ਨੇ। ਲੇਕਿਨ ਇਹ ਸਾਰਾ ਜਿਹੜਾ ਹੈਗਾ ਪਹਿਲੀ ਵਾਰੀ ਮਿਲਾਂਗੇ, ਵਿੱਚ ਨੂੰ ਕੋਈ ਲੋੜ ਜ਼ਿਆਦਾ ਹੋਵੇ ਤਾਂ ਮਿਲਾਂਗੇ ਜਾਂ ਗੱਲਬਾਤ ਹੋਏਗੀ, ਔਰ ਲਾਸਟ ਦੇ ਵਿੱਚ ਵੀਜ਼ਾ ਵੀ ਕਈ ਵਾਰੀ ਮੈਂ ਅਵੇਲੇਬਲ ਹੋਵਾਂ ਤੇ ਵੀਜ਼ਾ ਮੈਂ ਦਿੰਦਾ। ਸੋ ਜਿਹੜਾ
ਜੰਮੂ ਵਾਲੇ ਕੇਸ ਦੀ ਗੱਲ ਕਰਦੇ ਸੀ, ਆਲ ਥੈਂਕਸ ਟੂ ਆਲ ਦੋਜ਼ ਪੀਪਲ ਹੂ ਵੈਲਿਊ ਓਨੈਸਟੀ ਐਂਡ ਸਿੰਸੀਅਰਿਟੀ ਐਂਡ ਪ੍ਰੋਫੈਸ਼ਨਲ ਵਰਕ, ਜਿਹੜੇ ਸਾਡੇ ਸੱਚਾਈ ਨੂੰ, ਇਮਾਨਦਾਰੀ ਨੂੰ, ਚੰਗੇ ਕੰਮ ਨੂੰ ਔਰ ਰੱਬ ਦੇ ਬੰਦੇ ਹੋਣ ਨੂੰ ਸਾਨੂੰ ਵੈਲਿਊ ਕਰਦੇ ਹੋ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਉਹਨਾਂ ਕਰਕੇ ਅਸੀਂ ਵੀ ਆਰ ਐਟ ਵੈਰੀ ਬਿਗ ਹਾਈਟ, ਦਾ ਮਤਲਬ ਬੜੇ ਉਚਾਈ 'ਤੇ ਇੰਡੀਆ ਦੇ ਵਿੱਚ 5ਵੇਂ 7ਵੇਂ ਨੰਬਰ 'ਤੇ, ਦੂਜੇ ਚੌਥੇ ਨੰਬਰ 'ਤੇ ਟੌਪ 'ਤੇ ਹੈਗੇ ਆ, ਰੱਬ ਦੀ ਕਿਰਪਾ ਔਰ ਤੁਹਾਡਾ ਸਾਥ। ਲੇਕਿਨ ਇਹੋ ਜਿਹੀ ਗਾਰੰਟੀ ਦੇਣ ਵਾਲੇ ਕੰਸਲਟੈਂਟਸ ਕੋਲੋਂ ਬਚਣਾ ਹੈਗਾ। ਵੀਡੀਓ ਜ਼ਰੂਰ ਦੇਖਣੀ ਹੈਗੀ ਹੈ। ਔਰ ਇੱਕ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਚਾਹੇ ਮੈਂ ਹੈਗਾ ਜਾਂ ਕਾਉਂਸਲਰ ਹੈ ਜਾਂ ਮੈਨੇਜਰ ਹੈ ਜਾਂ ਈਵਨ ਕਿ ਡਾਕਟਰ ਕੋਲ ਹੀ ਚਲੇ ਜੀ ਆਪਾਂ ਗੱਲ ਕਰਨ, ਹਰ ਇੱਕ ਜਿਹੜਾ ਪ੍ਰੋਫੈਸ਼ਨਲ ਬੰਦਾ ਹੈਗਾ, ਜੈਨੂਅਨ ਬੰਦਾ ਹੈਗਾ, ਉਹ ਆਪਣਾ ਜਿਹੜਾ ਕੰਮ ਹੈ ਬੜਾ ਧਿਆਨ ਨਾਲ ਕਰਦੇ ਹੈਗੇ ਨੇ। ਔਰ ਇਹ ਇਹੋ ਜਿਹੇ ਬੰਦਿਆਂ ਨੂੰ ਬੜੇ ਜਿਹੜਾ ਹੈਗਾ ਟਾਈਮ ਸ਼ਾਰਟ ਪੈ ਜਾਂਦਾ ਹੈਗਾ, ਕਿਉਂਕਿ ਇੰਨੇ ਸਾਰੇ ਕੇਸਿਸ ਨੂੰ ਦੇਖਣਾ, ਧਿਆਨ ਦੇਣਾ, ਕੇਅਰ ਕਰਨੀ, ਔਰ ਟਾਈਮ ਬੜਾ ਕੀਮਤੀ ਹੈਗਾ। ਮੈਂ ਬੜਾ ਜੈਨੂਅਨ ਸਿੱਧਾ ਜਿਹਾ ਬੰਦਾ, ਜਿਹੜਾ ਰੱਬ ਦਾ ਬੰਦਾ ਹੋਣ ਕਰਕੇ ਕੋਈ ਝੂਠ ਫਰੇਬ, ਓਵਰ ਕਲੈਵਰਨੈਸ, ਡਰਾਮਾ ਨਹੀਂ ਕਰਦੇ, ਬਹੁਤ ਹੀ ਸੱਚੇ ਸੁੱਚੇ, ਬਹੁਤ ਸਿੱਧੇ ਤਰੀਕੇ ਨਾਲ ਜ਼ਿੰਦਗੀ ਨੂੰ ਜੀਦਾ ਹੈਗਾ। ਔਰ ਬੜੀ ਦੂਰੋਂ ਦੂਰੋਂ ਆਉਂਦੇ ਨੇ ਲੋਕ ਮਿਲਣ ਵਾਸਤੇ, ਉਹਨਾਂ ਨੂੰ ਮਿਲਣਾ ਚਾਹੁੰਦਾ ਹੈਗਾ, ਅਗਲੇ ਵੈਲਿਊ ਦਿੰਦੇ ਤੇ ਕਿਉਂ ਨਾ ਲਿੱਤੀ ਜਾਵੇ। ਲੇਕਿਨ ਫਿਰ ਇਹ ਦੇਖਦੇ ਹੈਗੇ ਆ ਕਿ ਮੰਨ ਲਓ ਕਿਸੇ ਨੇ ਮੈਟ੍ਰਿਕ ਪਾਸ ਕੀਤੀ ਹੈ, ਕਹਿੰਦੇ ਜੀ ਰਵੀ ਗਰਗ ਨੂੰ ਮਿਲਣਾ ਹੈ। ਹੁਣ ਮੈਂ ਮੈਟ੍ਰਿਕ ਵਾਲੇ ਬੰਦੇ ਨੂੰ ਹਲੇ ਵੀਜ਼ਾ ਅਸੀਂ 12ਵੀਂ ਤੋਂ ਬਾਅਦ ਲਾਉਣਾ ਹੈਗਾ, ਹੁਣ ਉਹ ਡਿਸਕਸ ਕਰਨਗੇ ਅੱਧਾ ਘੰਟਾ ਬੈਠ ਕੇ, ਤੇ ਉਸ ਅੱਧੇ ਘੰਟੇ ਦੇ ਵਿੱਚ ਤਾਂ ਮੈਂ ਕਿ 2-3-4 ਫਾਈਲਾਂ ਲਾ ਦੇਣੀਆਂ ਹੈਗੀਆਂ, 1-2 ਬੰਦਿਆਂ ਨੂੰ, 2-3 ਬੰਦਿਆਂ ਨੂੰ ਐਡਵਾਈਸ ਕਰਕੇ ਸਿੱਧੇ ਰਾਹ ਪਾ ਦੇਣਾ, ਵੀਜ਼ਾ ਲਵਾ ਕੇ ਹੱਥ 'ਚ ਫੜਾ ਦੇਣਾ। ਤੇ ਇਹੋ ਜਿਹੇ ਫਿਰ ਮੈਂ 9ਵੀਂ ਤੋਂ ਬਾਅਦ, 7ਵੀਂ ਤੋਂ ਬਾਅਦ, ਜਾਂ ਜਿਨ੍ਹਾਂ ਦੇ ਬੈਂਡ 5 ਬੈਂਡ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਭੇਜ ਹੀ ਨਹੀਂ ਸਕਦੇ, ਜਿਨ੍ਹਾਂ ਕੋਲੋਂ ਨਾ ਅਸੀਂ ਕੇਸ ਉਹਨਾਂ ਦਾ ਲੈਣਾ ਹੀ ਨਹੀਂ ਹੈਗਾ, ਤੇ ਉਹਨਾਂ ਨੂੰ ਮਿਲ ਕੇ ਅਸੀਂ ਸਲਾਹਾਂ ਕਰਕੇ ਟਾਈਮ ਲਗਾ ਕੇ ਕਰਨਾ ਵੀ ਕੀ ਹੈਗਾ। ਟਾਈਮ ਦੇ ਵਾਸਤੇ ਇਹ ਨਹੀਂ ਹੈ ਕਿ ਅਸੀਂ ਕੋਈ ਸੈਲੀਬ੍ਰਿਟੀ ਹੈਗੇ ਆ, ਕਿ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕਿ ਆਪਣੇ ਆਪ ਦੇ ਵਿੱਚ ਕੋਈ ਘਮੰਡ ਹੈਗਾ ਜਾਂ ਮਾਣ ਹੈਗਾ, ਨਹੀਂ ਹੈਗਾ ਇਸ ਤਰ੍ਹਾਂ ਦੀ ਗੱਲ। ਲੇਕਿਨ ਇਹ ਗੱਲ ਜ਼ਰੂਰ ਹੈਗੀ ਕਿ ਫਿਰ ਮੈਂ ਦੇਖਦਾ ਹੈਗਾ ਕਿ ਮੈਨੂੰ ਟਾਈਮ ਸ਼ਾਰਟ ਪੈ ਜਾਂਦਾ ਹੈਗਾ, ਫੈਮਿਲੀ ਵਾਸਤੇ ਟਾਈਮ ਨਹੀਂ, ਆਪਣੇ ਵਾਸਤੇ ਟਾਈਮ ਦੀ ਦਿੱਕਤ। ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਅਸੀਂ ਜਿਹੜਾ ਹੈਗਾ ਟਾਈਮ ਨੂੰ ਬਚਾਉਣ ਵਾਲੇ ਪਾਸੇ ਧਿਆਨ ਦੇਣਾ ਪੈਂਦਾ ਹੈਗਾ, ਕਿ ਅਗਰ ਇਹ ਜਿਹੜਾ ਇਸ ਤਰ੍ਹਾਂ ਦੇ ਜਿੱਥੇ ਵੀ ਟਾਈਮ ਲੱਗਦਾ, ਕੋਈ ਕਹਿੰਦਾ ਜੀ ਮਿਲਣਾ ਚਾਹੁੰਦਾ ਹੈਗਾ, ਮਿਲਣਾ ਹੈਗਾ, ਕੋਈ ਚੀਜ਼ ਡਿਸਕਸ ਕਰਨੀ ਹੈਗੀ, ਤੇ ਪਹਿਲਾਂ ਪੁੱਛਣਾ ਪੈਂਦਾ ਕਾਰਨ ਦੱਸੋ। ਜ਼ਰੂਰੀ ਕਾਰਨ ਤਾਂ ਮਿਲਾਂਗੇ, ਨਹੀਂ ਤਾਂ ਰੱਬ ਨੇ ਕਿਰਪਾ ਕੀਤੀ ਹੈ, ਵੈਲਿਊ ਦਿੱਤੀ ਹੈ, ਤੇ ਬੜੇ ਲੋਕ ਮਾਣ ਦਿੰਦੇ ਨੇ, ਉਹਨਾਂ ਦਾ ਫਟਾਫਟ ਕੇਸ ਲਾ ਕੇ ਉਹਨਾਂ ਦਾ ਭਲਾ ਕਰ ਲਈਏ। ਤੇ ਮਤਲਬ ਇਹ ਜਿਹੜਾ ਟਾਈਮ ਸਾਡਾ ਹੈਗਾ ਉਹ ਕਿਸੇ ਦੇ ਕੰਮ ਆ ਜਾਵੇ, ਅਸੀਂ ਕਿਸੇ ਦੇ ਕੰਮ ਆ ਜਾਈਏ, ਉਸਨੂੰ ਵੇਸਟ ਨਾ ਕਰੀਏ। ਇਸੇ ਕਰਕੇ ਮੈਂ ਇਹ ਸਲਾਹ ਸਾਰਿਆਂ ਨੂੰ ਦੇਣਾ ਚਾਹੁੰਦਾ, ਸਾਰੇ ਕੰਸਲਟੈਂਟਸ ਵਾਸਤੇ, ਮੇਰੇ ਵਾਸਤੇ ਨਹੀਂ ਇਕੱਲੇ, ਕਿ ਕਿਸੇ ਵੀ ਇੰਪੋਰਟੈਂਟ ਬੰਦੇ ਦੇ ਨਾਲ ਗੱਲ ਕਰਨੀ ਹੈਗੀ ਹੈ ਤੇ ਇੱਕ ਫੈਮਿਲੀ ਮੈਂਬਰ ਆਪਣਾ ਚੁਣ ਲਓ ਔਰ ਉਹ ਹੀ ਗੱਲ ਕਰੇ। ਹੁਣ ਚਾਹੇ ਡਾਕਟਰ ਨਾਲ ਹੀ ਗੱਲ ਕਰ ਲਈਏ, ਚਾਹੇ ਮੇਰੇ ਨਾਲ ਗੱਲ ਕਰ ਲਈਏ, ਪਹਿਲਾਂ ਫੈਮਿਲੀ ਦਾ ਇੱਕ ਮੈਂਬਰ ਗੱਲ ਕਰੇਗਾ, ਉਹ ਅੱਧਾ ਘੰਟਾ ਗੱਲ ਕਰਕੇ ਥੋੜੀ ਦੇਰ ਬਾਅਦ ਕਹੇਗਾ ਜੀ ਹੁਣ ਮੇਰੇ ਹਸਬੈਂਡ ਨਾਲ ਗੱਲ ਕਰ ਲਓ, ਉਹੀ ਗੱਲਾਂ ਫਿਰ ਉਹ ਕਰੇਗਾ, ਫਿਰ ਕਹੇਗਾ ਜੀ ਨਹੀਂ ਮੇਰੇ ਬੇਟੇ ਨਾਲ ਵੀ, ਉਹਨੇ ਵੀ ਗੱਲਾਂ ਕਰਨੀਆਂ ਨੇ। ਕਿਉਂਕਿ ਹਰ ਬੰਦੇ ਨੂੰ ਆਪਣੇ ਮਨ ਦੀ ਤਸੱਲੀ ਚਾਹੀਦੀ। ਮਨ ਦੀ ਤਸੱਲੀ ਦੇ ਵਾਸਤੇ ਆਪਾਂ ਇਹ ਟਾਈਮ ਨੂੰ ਖਰਾਬ ਕਰੀਏ ਤੇ ਉਹ ਠੀਕ ਨਹੀਂ ਹੈਗਾ। ਆਪਾਂ ਟਾਈਮ ਬਚਾਈਏ ਤਾਂ ਕਿ ਤੁਹਾਡੀ ਵੀ ਸੇਵਾ ਹੋਵੇ। ਡੈਫੀਨੇਟਲੀ ਇੱਕ ਬੰਦਾ ਗੱਲ ਕਰੇਗਾ, ਜਿੰਨੀਆਂ ਗੱਲਾਂ ਇੱਕ ਵਾਰੀ ਹੋ ਚੁੱਕੀਆਂ, ਨਵੀਂ ਕੋਈ ਗੱਲ ਹੈ ਤੇ ਕਰੀਏ ਆਪਾਂ, ਵੈਲਕਮ। ਲੇਕਿਨ ਇੱਕੋ ਗੱਲ ਨੂੰ ਅਲੱਗ-ਅਲੱਗ ਫੈਮਿਲੀ ਮੈਂਬਰ ਵਾਰੀ ਕਰਾਂਗੇ ਤੇ ਟਾਈਮ ਦੀ ਦਿੱਕਤ। ਟੇਕ ਕੇਅਰ ਆਫ ਦਿਸ, ਲੈਟ ਅਸ ਸੇਵ ਟਾਈਮ। ਤੇ ਇਹ ਜਿਹੜਾ ਹੈਗਾ ਕੁਐਸਚਨ ਵਗੈਰਾ ਲਿਖ ਕੇ ਆਪਣੇ ਜਿਹੜੇ ਹੈਗੇ ਆ ਡਾਊਟਸ ਤੇ ਕਲੀਅਰ ਕਰੀਏ। ਔਰ ਈਵਨ ਕਿ ਕਾਉਂਸਲਰਸ ਮੈਂ ਦੇਖਦਾ ਹੈਗਾ ਸਾਡੇ ਆਫਿਸਿਸ ਦੇ ਵਿੱਚ, ਕਾਉਂਸਲਰਸ ਨੂੰ ਫੋਨ ਤੇ ਫੋਨ ਵੱਜਦੇ ਨਹੀਂ, ਤੇ ਜੇ ਜ਼ਿਆਦਾ ਫੋਨ ਵੱਜਣਗੇ ਤਾਂ ਫੋਨ ਚੱਕਣਾ ਔਖਾ ਹੋ ਜਾਏਗਾ ਇਹਨਾਂ ਵਾਸਤੇ। ਔਰ ਫੋਨ ਚੱਕ ਲੈਂਦੇ ਨੇ ਤੇ ਕਈ ਵਾਰੀ ਲੋਕ ਬੜੀਆਂ ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾਣਗੇ, ਗੱਲਾਂ ਕਰੀ ਜਾਣਗੇ। ਫਿਰ ਉਹ ਜਿਹੜਾ ਕਿ ਮੈਨੇਜਰ ਹੈ, ਕਿ ਕਾਉਂਸਲਰ ਹੈ, ਕਿ ਕੋਈ ਹੈ, ਇਹ ਗੱਲ ਕਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਕਿ ਜੀ ਹੁਣ ਤੁਸੀਂ ਬਸ ਕਰੋ, ਹੁਣ ਆਪਾਂ ਬੰਦ ਕਰੀਏ ਫੋਨ। ਕਿਉਂਕਿ ਜ਼ਰੂਰੀ ਕੰਮ ਵਾਲੇ ਬੰਦੇ ਸਾਡੇ, ਮਤਲਬ ਕਿ ਕੋਈ ਵੀ ਹੈ ਸਾਡਾ, ਅਸੀਂ ਨਹੀਂ ਇਕੱਲੇ, ਹਰ ਇੱਕ ਕੰਸਲਟੈਂਟ ਹਰ ਇੱਕ ਥਾਂ ਤੇ ਜਿਹੜਾ ਇੰਪੋਰਟੈਂਟ ਬੰਦਾ, ਜਿਹੜਾ ਕੰਮ ਤੇ ਲੱਗਿਆ ਹੋਇਆ, ਜੈਨੂਅਨਲੀ ਕੰਮ ਕਰਦਾ ਪਿਆ ਔਰ ਜ਼ਬਰਦਸਤ ਤਰੀਕੇ ਨਾਲ ਬਿਜ਼ੀ ਹੈਗਾ ਆਲਰੇਡੀ, ਤੇ ਉਹਨੂੰ ਆਪਾਂ ਲੈਟ ਅਸ ਬੀ ਸ਼ਾਰਟ, ਥੋੜੀ ਗੱਲ ਕਰਕੇ ਫਟਾਫਟ ਆਪਣੀ ਕੰਮ ਦੀ ਗੱਲ ਕਰੀਏ ਔਰ ਆਪਣਾ ਕੰਮ ਲੰਘਾਈਏ। ਔਰ ਟਾਈਮ ਜਿਹੜੀ ਹੈ ਉਹਦੀ ਕਦਰ ਕਰੀਏ, ਟਾਈਮ ਦੀ।
ਜਿਨ੍ਹਾਂ ਦੀ ਹੱਲੇ ਇਸ ਵਕਤ ਆਈਲੈਟਸ ਪੈਂਡਿੰਗ ਹੈ ਜਾਂ ਲਾਸਟ ਸਮੈਸਟਰ ਦਾ ਰਿਜ਼ਲਟ ਪੈਂਡਿੰਗ ਹੈਗਾ, ਆਪਾਂ ਉਹਨਾਂ ਦਾ ਅਪਲਾਈ ਕਰ ਸਕਦੇ ਹਾਂ ਕੰਡੀਸ਼ਨਲ ਆਫਰ ਲੈਟਰ ਵਾਸਤੇ। ਲੇਕਿਨ ਕੋਈ 10 ਚੋਂ ਇੱਕ ਕਾਲਜ ਕੰਡੀਸ਼ਨਲ ਆਫਰ ਲੈਟਰ ਦਿੰਦਾ ਹੈਗਾ, ਕਈ ਕਾਲਜਿਸ ਨਹੀਂ ਦਿੰਦੇ ਕਿ। ਸੋ ਉਹ ਸਾਡੀ ਜਿਹੜੀ ਟੀਮ ਤੁਹਾਨੂੰ ਦੱਸ ਦੇਗੀ ਕਿੱਦਾਂ ਕਿੱਥੇ ਕਿੱਥੇ ਆਪਾਂ ਅਪਲਾਈ ਕਰ ਸਕਦੇ ਹਾਂ, ਕੀ ਕਰ ਸਕਦੇ ਹੈਗੇ ਆ। ਰਿਫਿਊਜ਼ਲ ਦੀ ਪਹਿਲਾਂ ਗੱਲ ਹੁੰਦੀ ਪਈ ਸੀਗੀ, ਤੇ ਰਿਫਿਊਜ਼ਲ ਦੇ ਵਿੱਚ ਇੱਕ ਚੀਜ਼ ਧਿਆਨ ਦੇਣ ਵਾਲੀ ਹੈਗੀ ਹੈ ਕਿ ਉਹਦੇ ਵਿੱਚ ਇੱਕ ਕੋਮਾ ਕਰਕੇ ਬੜੇ ਸਾਰੇ ਰੀਜ਼ਨ ਦੇ ਦਿੰਦੇ ਨੇ, ਔਰ ਆਪਾਂ ਵਿਚਾਰੇ ਪੇਰੈਂਟਸ ਸਟੂਡੈਂਟਸ ਲੱਭਣ ਦੀ ਕੋਸ਼ਿਸ਼ ਕਰਦੇ। ਇਹਦੇ 'ਚ ਫਾਈਨੈਂਸ਼ੀਅਲ ਰੀਜ਼ਨ ਲਿਖਿਆ ਜੀ, ਇਹਦੇ 'ਚ ਲੈਂਗੁਏਜ ਐਬਿਲਿਟੀ ਲਿਖਿਆ ਹੈ, ਕੋਰਸ ਬਾਰੇ ਲਿਖਿਆ ਹੈ, ਇਹ ਕਹਿੰਦੇ ਵਾਪਸ ਹੀ ਨਹੀਂ ਆਉਣਾ ਕਾਲਜ, ਜਿਹੜਾ ਲੱਗਦਾ ਹੈ ਕਿ ਤੁਸੀਂ ਵਾਪਸ ਨਹੀਂ ਜਾਓਗੇ ਇੰਡੀਆ, or course is not relevant as looking at ਤੁਹਾਡੇ previous education establishment financial resources ਵਗੈਰਾ ਵਗੈਰਾ। ਸੋ ਐਕਚੁਅਲੀ ਉਹਦੀ ਚ ਮੁੱਕਦੀ ਗੱਲ ਇੱਕ ਛੋਟੀ ਗੱਲ ਤੁਹਾਨੂੰ ਇਹ ਦੱਸਦਾ ਹੈਗਾ ਕਿ ਇਹਦੇ ਵਿੱਚ ਇਹ ਜਨਰਲ ਲੈਟਰ ਹੁੰਦੀ ਹੈ ਰਿਫਿਊਜ਼ਲ, ਜਿਸ ਦੇ ਵਿੱਚ ਸਾਰਾ ਕੁਝ ਲਿਖਿਆ ਹੈ, ਸਾਰਾ ਕੁਝ ਹੀ, ਜਿਸ ਦਾ ਮੀਨਿੰਗ ਕੱਢਣ ਦੀ ਲੋੜ ਨਹੀਂ ਹੈ। ਜਿਹੜੀ ਜੇ ਜਨਰਲ ਲੈਟਰ ਹੈਗੀ ਹੈ ਤੇ ਇਹ ਅਨਲੈਸ ਕਿ ਕੋਈ ਖਾਸ ਲਿਖਿਆ ਹੋਵੇ ਕਿ ਕਿਸੇ ਦਾ ਲਿਖ ਦਿੱਤਾ 5 ਸਾਲ ਦਾ ਤੁਹਾਡਾ ਝੂਠਾ ਡਾਕੂਮੈਂਟ ਸੀਗਾ, 5 ਸਾਲ ਦਾ ਬੈਨ ਹੈ, ਜਾਂ ਕੋਈ ਤੁਹਾਡਾ ਹੋਰ ਕੋਈ ਖਾਸ ਕਾਰਨ ਲਿਖਿਆ ਹੋਵੇ। ਬੜਾ ਰੇਅਰ ਹੁੰਦਾ, 1000 ਵਿੱਚੋਂ ਇੱਕ ਦੇ ਵਿੱਚ 999 ਜਿਹੜੀਆਂ ਨੇ ਰਿਫਿਊਜ਼ਲ ਲੈਟਰਾਂ ਸੇਮ ਹੁੰਦੀਆਂ, ਕੰਪਿਊਟਰਾਈਜ਼ਡ ਹੁੰਦੀਆਂ ਨੇ, ਕੰਪਿਊਟਰ ਜਨਰੇਟਰ ਹੁੰਦੀਆਂ ਨੇ, ਔਰ ਉੱਪਰ ਸਿਰਫ ਨਾਮ ਚੇਂਜ ਕੀਤਾ ਹੁੰਦਾ ਹੈਗਾ। ਇਸ ਕਰਕੇ ਆਪਾਂ ਨੂੰ ਉਹਨਾਂ ਦੇ ਮੀਨਿੰਗ ਦੇ ਵਿੱਚ ਅੰਦਰ ਜਾ ਕੇ ਡਿਟੇਲ ਦੇਖਣ ਦੀ ਲੋੜ ਨਹੀਂ ਹੁੰਦੀ ਤੁਹਾਨੂੰ, ਸਟੂਡੈਂਟਸ ਜਾਂ ਪੇਰੈਂਟਸ ਨੂੰ, ਤੁਸੀਂ ਆਮ ਬੰਦਿਆਂ ਨੂੰ। ਸਾਡੇ ਜਿਹੜੀ ਹੈਗੀ ਹੈ ਸਾਨੂੰ ਵੀ ਨਹੀਂ ਲੋੜ ਹੁੰਦੀ, ਕਿਉਂਕਿ ਸਾਡਾ ਐਕਸਪੀਰੀਅੰਸ ਸਾਨੂੰ ਪਤਾ। ਹੁਣ ਮੰਨ ਲਓ ਅੱਜ ਦੇ ਦਿਨ ਕਿਸੇ ਦੇ 5.5 ਬੈਂਡ ਨੇ, ਹੁਣ ਅੱਜ ਦੇ ਦਿਨ ਕੋਈ ਮੈਨੂੰ ਫੋਨ ਆਉਂਦਾ, ਕੋਈ ਗੱਲ ਹੁੰਦੀ ਹੈ, ਕਹਿੰਦੇ ਜੀ ਮੇਰੇ ਇੱਕ ਵਾਰੀ ਰਿਫਿਊਜ਼ ਹੋ ਗਿਆ, ਤੇ ਪਹਿਲਾ ਕੁਐਸਚਨ ਹੁੰਦਾ ਵੀ 5.5 ਬੈਂਡ ਤੇ ਨਹੀਂ ਤੁਹਾਡੇ, ਜੇ ਹੈਗੇ ਆ ਗੱਲ ਖਤਮ, ਤੁਸੀਂ ਇੰਪਰੂਵ ਕਰੋ। 6 ਦੇ ਨਾਲ ਹੀ ਫਾਈਲ ਲਓ। ਅੱਜ ਦੇ ਦਿਨ ਦੀ ਗੱਲ ਕਰਦੇ ਆ, ਕੱਲ ਨੂੰ ਉਹ ਮਹੀਨੇ ਬਾਅਦ, 2 ਮਹੀਨੇ ਬਾਅਦ, 4 ਮਹੀਨੇ ਬਾਅਦ ਚੇਂਜ ਹੋ ਜਾਵੇ ਸਿਚੁਏਸ਼ਨ, ਸਿਨੈਰੀਓ, ਤੇ ਵੱਖਰੀ ਗੱਲ ਹੈ। ਲੇਕਿਨ ਅੱਜ ਦੇ ਦਿਨ ਦੀ ਗੱਲ ਕਰਦੇ ਪਏ। ਇਸੇ ਤਰ੍ਹਾਂ ਤੁਹਾਡਾ ਗੈਪ ਕਿੰਨਾ ਹੈਗਾ, ਪਹਿਲਾ ਕੁਐਸਚਨ ਹੁੰਦਾ ਗੈਪ ਕਿੰਨਾ ਹੈਗਾ, ਐਜੂਕੇਸ਼ਨ ਕੀ ਹੈਗੀ, ਕੋਰਸ ਕਿਹੜਾ ਲਿਆ ਸੀਗਾ। ਕਿਉਂਕਿ ਮੰਨ ਲਓ ਕਿ ਹੁਣ ਥੋੜੇ ਦਿਨ ਪਹਿਲਾਂ, 3-4 ਦਿਨ ਪਹਿਲਾਂ ਦੀ ਗੱਲ ਹੁੰਦੀ ਸੀ, MBA ਸਟੂਡੈਂਟ ਨੂੰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਤੇ ਦਿੱਤਾ ਕਿਸੇ ਕੰਸਲਟੈਂਟ ਨੇ। ਵੀ ਕੈਨ ਅੰਡਰਸਟੈਂਡ ਦੈਟ, ਦੇਖ ਸਕਦੇ ਹਾਂ, ਸਿੰਪਲ ਜਿਹੀ ਗੱਲ ਹੈ। ਸਾਡਾ ਤਾਂ ਚਲੋ ਸਾਡੇ ਵਾਸਤੇ ਤਾਂ ਛੋਟੀ ਜਿਹੀ ਚੀਜ਼ ਹੈ ਦੇਖਣ ਨੂੰ, ਲੇਕਿਨ ਤੁਸੀਂ ਵੀ ਦੇਖ ਸਕਦੇ ਹੋ, ਆਮ ਬੰਦਾ ਵੀ ਸਮਝ ਸਕਦਾ ਕਿ ਜਿੱਥੇ ਜਿਹੜੇ ਬੰਦੇ ਨੇ ਮਾਸਟਰਸ ਕਰ ਲਈ, MBA ਕਰ ਲਈ ਜਾਂ MCOM ਕਰ ਲਈ, ਮਾਸਟਰਸ ਕਰ ਲਈ, BCom ਤੋਂ ਬਾਅਦ ਮਾਸਟਰਸ ਕਰ ਲਈ, ਉਹ ਬੰਦੇ ਵਾਸਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ 1 ਸਾਲ ਦਾ ਜਿਹੜਾ ਕੋਰਸ ਹੈ, ਜਾਂ ਈਵਨ 2 ਸਾਲ ਦਾ ਵੀ ਹੋਵੇ, ਉਹ ਮੈਂ 2 ਸਾਲ ਦਾ ਕੋਰਸ MBA ਦੇ ਇਕੁਇਵਲੈਂਟ ਟਾਈਪ ਦਾ ਹੋ ਗਿਆ, 1 ਸਾਲ ਦਾ ਹੋਰ ਵੀ ਛੋਟਾ ਹੋ ਗਿਆ। ਸੋ ਉਸ ਨੂੰ ਵੀਜ਼ਾ ਕਿਵੇਂ ਦੇਣਗੇ, ਜਾਂ ਤਾਂ ਸਪੈਸ਼ਲਾਈਜ਼ਡ ਕੋਰਸ ਹੋਵੇ ਜਾਂ ਹਾਇਰ ਲੈਵਲ ਦਾ ਕੋਰਸ ਹੋਵੇ। ਸੋ ਇਹ ਚੀਜ਼ਾਂ ਜਿਹੜੀਆਂ 2003 ਤੋਂ ਕੰਪਨੀ, 2007 ਤੋਂ ਮੈਂ ICCRC ਮੈਂਬਰ, ਕੈਨੇਡੀਅਨ ਰੈਜ਼ੀਡੈਂਟ, ਅੱਧਾ ਟਾਈਮ ਕੈਨੇਡਾ 'ਚ, ਅੱਧਾ ਟਾਈਮ ਇੱਥੇ ਕੈਨੇਡਾ ਦੇ ਵਿੱਚ 2 ਆਫਿਸਿਸ ਸੈਸਕਾਟੂਨ ਔਰ ਬਰੈਂਪਟਨ ਦੇ ਵਿੱਚ ਤੁਹਾਡੀ ਕੇਅਰ, ਔਰ ਉੱਥੇ ਵੀ ਜਿਹੜੇ ਸਟੂਡੈਂਟਸ ਨੂੰ ਭੇਜ ਕੇ ਉੱਥੇ PR ਦੇ ਰੂਲ ਰੈਗੂਲੇਸ਼ਨ ਨੂੰ ਬਦਲਦੇ ਰਹਿੰਦੇ ਨੇ, ਦੇਖਣਾ, ਚੈੱਕ ਕਰਨਾ, ਧਿਆਨ ਰੱਖਣਾ, ਅਪਡੇਟਡ ਰਹਿਣਾ, ਸਟੂਡੈਂਟਸ ਦੀ PR ਦੀ ਫਾਈਲਾਂ ਲਗਾਉਣੀਆਂ। ਉੱਥੇ ਜਿਹੜੇ ਵੀ ਸਟੂਡੈਂਟ ਗਏ ਹੋਏ ਨੇ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਆਪਣੇ PR ਦੀ ਫਾਈਲਾਂ ਲਾਉਣ ਵਾਸਤੇ, ਵੈਲਕਮ। ਸੋ ਉਹ ਸਾਰਾ ਉੱਥੇ ਅਸੀਂ ਸਟੂਡੈਂਟ ਜਿਹੜਾ 1 ਸਾਲ ਦਾ ਕੋਰਸ ਲੈ ਕੇ ਜਾਂਦੇ ਨੇ, ਉਹਨਾਂ ਦਾ 1 ਸਾਲ ਦਾ ਹੋਰ ਕੋਰਸ ਲੈ ਕੇ ਦਿੰਦੇ, ਐਡਮਿਸ਼ਨ ਕਰਵਾਉਂਦੇ ਹਾਂ, ਸਟੱਡੀ ਪਰਮਿਟ ਐਕਸਟੈਂਸ਼ਨ ਹੈਗੀ ਹੈ, ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ, ਔਰ ਉਸ ਤੋਂ ਬਾਅਦ ਕਿ ਜਿਹੜਾ ਸਾਲ ਕੰਮ ਕੀਤਾ, 6 ਮਹੀਨੇ ਕੰਮ ਕੀਤਾ, ਅਲੱਗ-ਅਲੱਗ ਪ੍ਰੋਵਿੰਸਿਸ ਦੇ ਵਿੱਚ ਅਲੱਗ-ਅਲੱਗ ਰੂਲਸ ਰੈਗੂਲੇਸ਼ਨ ਨੂੰ ਦੇਖਦੇ ਹੋਏ PR ਦੀਆਂ ਫਾਈਲਾਂ ਲਾਉਂਦੇ ਹਾਂ। ਔਰ ਇਸ ਦੇ ਇਲਾਵਾ ਸੁਪਰ ਵੀਜ਼ਾ, ਸਪਾਊਸ ਵੀਜ਼ਾ, ਸਪਾਊਸ ਦਾ ਜਿਹੜਾ ਮਤਲਬ ਟੈਂਪਰੇਰੀ ਰੈਜ਼ੀਡੈਂਟ ਤੇ ਹੈਗੇ ਨੇ, ਜਿਨ੍ਹਾਂ ਦੇ ਸਪਾਊਸ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਤੇ ਜਾਂ ਵਰਕ ਪਰਮਿਟ ਤੇ ਹੈਗੇ ਨੇ, ਉਹ AB ਕੈਟੇਗਰੀ ਦੇ ਵਿੱਚ, ਉਹਨਾਂ ਦੀ ਓਪਨ ਵਰਕ ਪਰਮਿਟ ਵਾਸਤੇ ਫਾਈਲ ਲੱਗ ਜਾਂਦੀ ਹੁੰਦੀ ਹੈ। ਇੰਡੀਆ ਤੋਂ ਜਾ ਸਕਦੇ ਨੇ ਵਰਕ ਪਰਮਿਟ ਤੇ, ਓਪਨ ਵਰਕ ਪਰਮਿਟ ਤੇ। ਔਰ ਜਿਹੜੇ PR ਜਾਂ ਸਿਟੀਜ਼ਨ ਨੇ, ਉਹਨਾਂ ਦੇ ਸਪਾਊਸ PR ਹੋ ਕੇ ਜਾ ਸਕਦੇ ਨੇ ਸਿੱਧੇ। ਇਹ ਸਾਰੀਆਂ ਕੈਟੇਗਰੀ। ਸੁਪਰ ਵੀਜ਼ਾ ਹੈਗਾ ਜਿਹੜਾ, ਸੁਪਰ ਵੀਜ਼ਾ ਪੇਰੈਂਟਸ, ਗ੍ਰੈਂਡ ਪੇਰੈਂਟਸ ਵਾਸਤੇ ਹੈਗਾ, ਜਿਨ੍ਹਾਂ ਦੀ ਉੱਥੇ ਇਨਕਮ ਜਿਹੜੀ ਹੈਗੀ ਹੈ, ਲਾਈਕੋ ਜਿਹੜੀ ਹੈ, ਲੋ ਇਨਕਮ ਕੱਟ ਆਫ ਤੋਂ ਉੱਪਰ ਹੈਗੀ ਹੈ, ਠੀਕ ਹੈ। ਉਹ ਉਹਨਾਂ ਦਾ ਜਿਹੜਾ ਸੁਪਰ ਵੀਜ਼ਾ, ਔਰ 1 ਸਾਲ ਦੀ ਇੰਸ਼ੋਰੈਂਸ, 1 ਲੱਖ ਕੈਨੇਡੀਅਨ ਡਾਲਰ ਦੀ 1 ਸਾਲ ਵਾਸਤੇ ਜਿਹੜੀ ਹੈ ਮੈਡੀਕਲ ਇੰਸ਼ੋਰੈਂਸ ਕਿਸੇ ਕੈਨੇਡੀਅਨ ਕੰਪਨੀ ਤੋਂ ਕਰਵਾ ਕੇ ਉਹ ਪਾਲਿਸੀ ਨਾਲ ਫਾਈਲ ਦੇ ਵਿੱਚ ਲਾਉਣੀ ਹੁੰਦੀ ਹੈ, ਸੁਪਰ ਵੀਜ਼ਾ ਲਾ ਸਕਦੇ ਹਾਂ। ਅਦਰਵਾਈਜ਼ ਵਿਜ਼ਟਰ ਵੀਜ਼ਾ, ਔਰ ਵਿਜ਼ਟਰ ਵੀਜ਼ਾ ਵੀ ਖਾਸ ਤੌਰ ਤੇ ਇਸ ਵਕਤ ਕਰੋਨਾ ਦੇ ਟਾਈਮ ਤੇ ਉਹ ਜਿਹੜੇ ਕਿ ਜਿਨ੍ਹਾਂ ਦੇ
ਫੈਮਿਲੀ ਮੈਂਬਰ ਉੱਥੇ ਦਾ ਮਤਲਬ ਇਹ ਕਿ ਜਿਹੜੇ ਟੈਂਪਰੇਰੀ ਦੇ ਰੈਜ਼ੀਡੈਂਟ ਦਾ ਮਤਲਬ ਸਟੱਡੀ ਪਰਮਿਟ ਦੇ ਜਾਂ ਵਰਕ ਪਰਮਿਟ ਦੇ ਹੈਗੇ ਨੇ, ਉਹਨਾਂ ਦੇ ਪੇਰੈਂਟਸ ਔਰ ਸਪਾਊਸ ਔਰ ਚਿਲਡਰਨ, ਔਰ ਜਿਹੜੇ PR ਜਾਂ ਸਿਟੀਜ਼ਨ ਨੇ ਉਹਨਾਂ ਦੇ ਗ੍ਰੈਂਡ ਪੇਰੈਂਟਸ ਵੀ ਲਾ ਸਕਦੇ, ਪੇਰੈਂਟਸ ਵੀ ਲਾ ਸਕਦੇ ਹੈ, ਔਰ ਆਫ ਕੋਰਸ ਸਪਾਊਸ ਤਾਂ ਲਾ ਹੀ ਸਕਦੇ ਆ, ਔਰ ਚਿਲਡਰਨ ਲਾ ਸਕਦੇ, ਗ੍ਰੈਂਡ ਚਿਲਡਰਨ ਲਾ ਸਕਦੇ, ਸਿਬਲਿੰਗਸ ਦਾ ਮਤਲਬ ਬ੍ਰਦਰ ਸਿਸਟਰ ਲਾ ਸਕਦੇ। ਸੋ ਇਹ ਜਿਹੜੇ ਨੇ ਇਹਨਾਂ ਨੂੰ ਹੀ ਇਸ ਵਕਤ ਟਰੈਵਲ ਕਰਨ ਦੀ ਇਜਾਜ਼ਤ ਹੈਗੀ ਹੈ। ਔਰ ਜਿਹੜੇ ਦੂਜੇ ਨੇ ਜਿਹੜੇ ਘੁੰਮਣ ਫਿਰਨ ਵਾਸਤੇ, ਉਹਨਾਂ ਨੂੰ ਹਾਲੇ ਜਾਣਾ ਵੀ ਅਲਾਉਡ ਤਾਂ ਕਰ ਦਿੱਤਾ ਕੈਨੇਡਾ ਗਵਰਨਮੈਂਟ ਨੇ, ਲੇਕਿਨ ਜਾਣਾ ਵੀ ਅਵੋਇਡ ਕਰਨਾ ਚਾਹੀਦਾ, ਔਰ ਫਾਈਲਾਂ ਵੀ ਲਾਉਣੀਆਂ ਹਾਲੇ ਅਵੋਇਡ ਕਰਨੀਆਂ ਚਾਹੀਦੀਆਂ ਜਦ ਤੱਕ ਕਿ ਕਰੋਨਾ ਕਾਫੀ ਹੋਰ ਘੱਟ ਨਹੀਂ ਜਾਂਦਾ। ਸੋ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਜਨਵਰੀ ਇਨਟੇਕ ਵਾਸਤੇ ਆਲਮੋਸਟ ਹੁਣ ਡੈਡਲਾਈਨ ਚੱਲਦੀ ਪਈ ਆ। ਹੁਣ ਇਸ ਤੋਂ ਬਾਅਦ ਜ਼ਿਆਦਾ 2-4 ਦਿਨ ਹੋਰ ਅਪਲਾਈ ਕਰਾਂਗੇ, ਜ਼ਿਆਦਾ ਟਾਈਮ ਨਹੀਂ, ਜ਼ਿਆਦਾ ਹਾਲੇ ਲਾ ਸਕਦੇ ਹੁਣ ਕਿ ਜਨਵਰੀ ਵਾਸਤੇ ਪਹਿਲਾਂ ਅਪਲਾਈ ਕਰੀਏ, ਫਿਰ ਆਫਰ ਲੈਟਰ ਆਏਗੀ, ਫਿਰ ਉਹ ਮੁਸ਼ਕਿਲ ਹੋ ਜਾਏਗਾ। ਜਿਨ੍ਹਾਂ ਦੀ ਆਫਰ ਲੈਟਰ ਆਲਰੇਡੀ ਅਪਲਾਈ ਕੀਤੀ ਹੋਈ ਆ ਉਹ ਆਪਣੀਆਂ ਤਿਆਰੀਆਂ ਕਰਨ ਔਰ ਜਨਵਰੀ ਵਾਸਤੇ ਫਾਈਲਾਂ ਜਲਦੀ ਤੋਂ ਜਲਦੀ ਐਮਬੈਸੀ ਦੇ ਵਿੱਚ ਸਬਮਿਟ ਕਰ ਦੇਣ। ਮਈ ਵਾਸਤੇ, ਮਈ ਵੀ ਓਪਨ ਹੋ ਗਿਆ, ਬੜੇ ਸਾਰੇ ਕਾਲਜਿਸ ਓਪਨ ਹੋ ਚੁੱਕੇ ਨੇ, ਐਡਮਿਸ਼ਨਾਂ ਚੱਲਦੀਆਂ ਪਈਆਂ ਹੈਗੀਆਂ। ਜਿਨ੍ਹਾਂ ਕਾਲਜਾਂ ਵਿੱਚ ਜਿੱਦਾਂ ਸੈਰੀਡਨ ਦੇ ਵਿੱਚ ਮਈ ਇਨਟੇਕ ਨਹੀਂ ਆ, ਉਹਨਾਂ ਦੀ ਸਤੰਬਰ ਇਨਟੇਕ ਦੀ ਐਡਮਿਸ਼ਨਸ ਆਲਰੇਡੀ ਚੱਲਦੀਆਂ ਪਈਆਂ ਹੈਗੀਆਂ। ਸਸਕੈਚੁਅਨ ਪੋਲੀਟੈਕਨਿਕ ਕਾਲਜ ਜਿਹੜਾ ਹੈਗਾ ਸਸਕੈਚੁਅਨ ਦੇ ਵਿੱਚ PR ਸੌਖੀ, ਕੁਛ ਫੀਸ ਦਾ ਕੁਛ ਹਿੱਸਾ ਸਸਕੈਚੁਅਨ ਗਵਰਨਮੈਂਟ ਨੇ ਰਿਫੰਡ ਕਰ ਦੇਣਾ ਹੈਗਾ, ਔਰ ਉੱਥੇ ਡਿਊਰਿੰਗ ਸਟੱਡੀਜ਼ ਪੜ੍ਹੇ ਹੋਏ ਕੰਮ ਜਿਹੜੇ ਕੀਤਾ ਹੋਇਆ ਹੈਗਾ ਉਹ ਵੀ PR ਦੇ ਵਿੱਚ ਕਾਊਂਟ ਹੋਏਗਾ, ਐਕਸਪੀਰੀਅੰਸ ਜਿਹੜਾ ਹੈਗਾ। ਸੋ ਇਹ ਬੈਨੀਫਿਟਸ ਦੇ ਨਾਲ ਸਸਕੈਚੁਅਨ ਦੇ ਵਿੱਚ ਐਡਮਿਸ਼ਨ, ਸਸਕੈਚੁਅਨ ਪੋਲੀਟੈਕਨਿਕ ਮਈ ਦੇ ਵਿੱਚ ਨਹੀਂ ਹੈਗੇ ਕੋਰਸਿਸ, ਸਤੰਬਰ ਦੇ ਵਿੱਚ। ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ ਮੈਨੀਟੋਬਾ ਦੇ ਜ਼ਿਆਦਾਤਰ ਕਾਲਜਿਸ ਦੇ ਵਿੱਚ ਸਤੰਬਰ ਵਾਸਤੇ ਐਡਮਿਸ਼ਨ ਬੋ ਵੈਲੀ ਹੈਗੀਆਂ ਨੇ, ਕਿਤੇ ਕਿਤੇ ਮਈ ਦੇ ਵਿੱਚ ਵੀ ਐਡਮਿਸ਼ਨਸ ਹੈਗੀਆਂ ਨੇ। PR ਸੌਖੀ ਹੋ ਜੇ, ਜਾਂ ਜਿੱਥੇ ਫੀਸ ਘੱਟ ਹੈਗੀ ਹੈ, ਜਾਂ ਤੁਹਾਡੇ ਫਰੈਂਡ ਕੋਈ ਰਿਲੇਟਿਵ ਨੇ ਉੱਥੇ ਕਿਹੜੇ ਕਾਲਜ ਕਿਹੜਾ ਕੋਰਸ ਅਵੇਲੇਬਲ ਹੈਗਾ ਨਹੀਂ ਹੈਗਾ, ਸਾਡੀ ਕਾਉਂਸਲਰਸ ਮੈਨੇਜਰਸ ਨੂੰ ਅਲੱਗ-ਅਲੱਗ ਆਫਿਸਿਸ ਦੇ ਵਿੱਚ ਮਿਲ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕਿ NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ, ਉੱਥੇ ਵੀ ਫੀਸ ਬੜੀ ਘੱਟ ਹੈਗੀ ਹੈ, PR ਬੜੀ ਸੌਖੀ ਹੈਗੀ ਹੈ, ਬਹੁਤ ਵਧੀਆ, ਮੇਰੇ ਵੱਲੋਂ ਹਾਈਲੀ ਰਿਕਮੈਂਡਡ ਤੁਹਾਡੇ ਫਾਇਦੇ ਦੀ। ਕਿਉਂਕਿ ਮੈਨੂੰ ਜਦੋਂ ਵੀ ਕੋਈ ਗੱਲਬਾਤ ਕਰਦਾ ਹੈਗਾ, ਪਹਿਲਾਂ ਮੈਂ ਸਟੂਡੈਂਟਸ ਪੇਰੈਂਟਸ ਨੂੰ ਉਹਨਾਂ ਦੇ ਫਾਇਦੇ ਦੀ ਗੱਲਾਂ ਦੱਸਦਾ, ਉਹਨਾਂ ਦੇ ਫਾਇਦੇ ਦੀਆਂ ਜਿਹੜੀਆਂ ਆਪਸ਼ਨਸ ਦੱਸਦਾ ਹੈਗਾ। ਉਸ ਤੋਂ ਬਾਅਦ ਉਹ ਕੁਝ ਨਹੀਂ ਕਰਨਾ ਚਾਹੁੰਦੇ ਉਸ ਤਰੀਕੇ ਨਾਲ, ਤਾਂ ਫਿਰ ਹੀ ਉਹਨਾਂ ਦੇ ਮੁਤਾਬਿਕ ਜਾਂ ਦੂਜੇ ਹੋਰ ਪਾਸੇ ਆਪਸ਼ਨ ਦੀ ਗੱਲਬਾਤ ਆਪਾਂ ਕਰਦੇ ਹੈਗੇ। ਕਿਉਂਕਿ ਮੈਨੂੰ ਇਹ ਬੜਾ ਅੱਛਾ ਲੱਗਦਾ ਹੈਗਾ, ਬੜਾ ਮੈਨੂੰ ਖੁਸ਼ੀ ਹੁੰਦੀ ਹੈਗੀ, ਸਕੂਨ ਮਿਲਦਾ ਹੈਗਾ ਜੇ ਸਟੂਡੈਂਟਸ ਪੇਰੈਂਟਸ ਉਹਨਾਂ ਦੇ ਕੋਈ ਪੈਸੇ ਬਚ ਜਾਣ, ਉੱਥੇ ਬਾਅਦ ਦੇ ਵਿੱਚ ਉਹਨਾਂ ਨੂੰ ਤਕਲੀਫ ਨਾ ਹੋਵੇ, PR ਸੌਖੀ ਹੋ ਜਾਵੇ ਜਾਂ ਹੋਰ ਕੋਈ ਬੈਨੀਫਿਟ ਹੁੰਦਾ ਹੋਵੇ। ਵੈਲਕਮ। ਮੈਡੀਕਲ ਸਟਰੀਮ ਦੇ ਕਾਫੀ ਬੱਚੇ ਦੀ ਕੁਆਰੀਜ਼ ਆ ਰਹੀਆਂ ਹੈਗੀਆਂ, +2 ਮੈਡੀਕਲ ਕੀਤਾ ਹੈਗਾ, ਔਰ ਉਹਨਾਂ ਦੇ ਵਾਸਤੇ ਜਿਹੜੀ ਹੈ ਡੈਂਟਲ ਟੈਕਨੋਲੋਜੀ ਹੈਗੀ ਹੈ VCC ਕਾਲਜ ਦੇ ਵਿੱਚ, ਔਰ ਫਿਜ਼ੀਓਥੈਰੇਪੀ ਮੇਰਾ ਬੜਾ ਪ੍ਰੈਫਰਡ ਹੈਗਾ ਕੋਰਸ, ਉਹ ਤੁਸੀਂ ਉੱਥੇ ਕਰ ਸਕਦੇ ਹੈਗੇ ਹੋ। ਅਦਰਵਾਈਜ਼ ਹੋਰ ਆਪਸ਼ਨਸ ਤੁਸੀਂ ਆਫਿਸ ਵਾਲਿਆਂ ਨਾਲ ਗੱਲ ਕਰ ਲਈਏ। ਆਪਣੇ ਆਪ ਅਪਲਾਈ ਨਹੀਂ ਕਰਨੀ ਕਾਲਜ ਦੇ ਵਿੱਚ, ਆਫਰ ਲੈਟਰ ਸਾਡੇ ਤੋਂ ਅਪਲਾਈ ਕਰਨੀ ਆ, ਅਦਰਵਾਈਜ਼ ਫਿਰ ਤੁਹਾਨੂੰ ਫੀਸ ਦੇਣੀ ਪਏਗੀ ਔਰ ਦਿੱਕਤ ਹੋਏਗੀ। ਅਦਰਵਾਈਜ਼ ਸਾਡੇ ਕੋਲੋਂ ਅਪਲਾਈ ਕਰਾਂਗੇ ਤਾਂ ਫੀਸ ਵੀ ਘੱਟ, ਔਰ ਅਸੀਂ ਹੀ ਅਪਲਾਈ ਕਰਾਂਗੇ ਐਡਮਿਸ਼ਨ ਵਾਸਤੇ। ਵੈਲਕਮ। ਔਰ ਕੰਡੀਸ਼ਨਲ ਆਫਰ ਲੈਟਰ ਜਿਹੜੀ ਹੈਗੀ ਹੈ, ਇਸ ਦੇ ਨਾਲ ਐਮਬੈਸੀ 'ਚ ਫਾਈਲ ਨਹੀਂ ਲਾ ਸਕਦੇ, ਧਿਆਨ ਰੱਖਣਾ ਹੈਗਾ। ਇਸ ਦੇ ਬਾਰੇ ਕਾਫੀ ਡਿਟੇਲ ਗੱਲਬਾਤ ਪਿਛਲੇ ਲਾਈਵ ਸੈਸ਼ਨ 'ਚ ਕੀਤੀਆਂ ਸੀਗੀਆਂ, ਔਰ ਅਲੱਗ-ਅਲੱਗ ਲਾਈਵ ਸੈਸ਼ਨਸ ਦੇਖ ਲਓ। TV ਇੰਟਰਵਿਊਜ਼ ਅਸੀਂ ਅਪਲੋਡ ਕਰਦੇ ਹਾਂ ਫੇਸਬੁੱਕ ਪੇਜ, ਇੰਸਟਾਗ੍ਰਾਮ ਤੇ ਔਰ YouTube ਚੈਨਲ ਤੇ। ਤੁਸੀਂ ਉਸ YouTube ਚੈਨਲ ਸਬਸਕ੍ਰਾਈਬ ਕਰੋ, ਫੇਸਬੁੱਕ ਪੇਜ ਲਾਈਕ ਕਰੋ, ਸ਼ੇਅਰ ਕਰੋ, ਔਰ ਇੰਸਟਾਗ੍ਰਾਮ ਪੇਜ ਤੇ ਜਿਹੜਾ ਹੈਗਾ ਫੋਲੋ ਕਰੋ, ਔਰ ਜਿਹੜੀਆਂ ਪੋਸਟਸ ਹੈਗੀਆਂ ਨੇ ਉਹਨਾਂ ਨੂੰ ਅੱਗੇ ਫਾਰਵਰਡ ਕਰੋ, ਜਿਹੜਾ ਸ਼ੇਅਰ ਕਰੋ, ਤਾਂ ਕਿ ਤੁਹਾਡੇ ਫਰੈਂਡਸ ਰਿਲੇਟਿਵ ਨੂੰ ਇਸ ਦਾ ਬੈਨੀਫਿਟ ਹੋਏ। ਮੇਰੇ ਬਾਰੇ, ਕੰਪਨੀ ਬਾਰੇ ਹੋਰ ਡਿਟੇਲ ਦੇਖਣ ਵਾਸਤੇ ਸਾਡੀ ਵੈਬਸਾਈਟ ਖੋਲ੍ਹਣੀ ਹੈ www.pioneerimmigration.com। ਉੱਥੇ ਇੱਕ ਵੀਡੀਓ ਹੋਏਗੀ, 15 ਮਿੰਟ ਦੀ ਵੀਡੀਓ ਚੱਲੇਗੀ, ਉਹ ਦੇਖ ਕੇ ਤੁਸੀਂ ਡਿਟੇਲ ਦੇਖ ਸਕਦੇ ਹੈਗੇ ਹੋ। ਵੈਲਕਮ। ਅਗਲੇ ਸ਼ਨੀਵਾਰ ਸਵੇਰੇ 11 ਵਜੇ ਫਿਰ ਦੁਬਾਰਾ ਨਵੀਆਂ ਗੱਲਾਂ ਬਾਤਾਂ ਕਰਾਂਗੇ, ਨਵੀਆਂ ਅਪਡੇਟ ਸ਼ੇਅਰ ਕਰਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਨਾਲ ਜੁੜਨ ਵਾਸਤੇ ਸਾਰੇ ਫਰੈਂਡਸ ਨੂੰ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਗੁੱਡ ਵਿਸ਼ੇਸ। ਜਿਨ੍ਹਾਂ ਦੇ ਐਮਬੈਸੀ 'ਚ ਪਈ ਆ ਕੇਸ ਪਏ ਨੇ, ਰਿਜ਼ਲਟ ਵੇਟ ਕਰਦੇ ਪਏ ਆ, ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ, ਬਹੁਤ ਬਹੁਤ ਗੁੱਡ ਵਿਸ਼ੇਸ। ਵਾਹਿਗੁਰੂ ਮਿਹਰ ਕਰੇ ਔਰ ਤੁਹਾਡਾ ਵੀਜ਼ਾ ਆਵੇ, ਬਹੁਤ ਸਾਰੀਆਂ ਖੁਸ਼ੀਆਂ ਮਿਲਣ। ਵੈਲਕਮ। ਔਰ ਸਾਡੀ ਜਿਹੜੀ ਹੈ ਇਹੀ ਜਿਹੜੇ ਵੀਕ ਕੇਸਿਸ ਨੇ ਉਹਨਾਂ ਦੇ ਵਾਸਤੇ ਥੋੜ੍ਹੀ ਜਿਹੀਆਂ ਫੀਸਾਂ ਰੱਖ ਦਿੱਤੀਆਂ, ਉਹਨਾਂ ਦੇ ਵਾਸਤੇ ਡਿਸਕਸ ਕਰਨ ਦੀ, ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈਗੀ।
ਜੋ ਵੀ ਕੰਪਨੀ ਪਾਲਿਸੀ ਹੈਗੀ ਆ ਉਸ ਨੂੰ ਦੱਸਿਆ ਜਾਂਦਾ ਹੈ, ਕਾਉਂਸਲਰ ਮੈਨੇਜਰ ਦੱਸਦੇ ਨੇ, ਉਸ ਨੂੰ ਫੋਲੋ ਕਰੋ, ਉਸ ਨੂੰ ਮੰਨੋ। ਔਰ ਜਿਹੜੀ ਫੀਸ 10,000 5,000 ਕਹਦੇ, ਕਿਉਂਕਿ ਅਸੀਂ ਠੱਗੀ ਝੂਠ ਔਰ ਅੰਡਰ ਦ ਟੇਬਲ ਦਾ ਮਤਲਬ ਠੁੰਗਾ ਮਾਰਨ ਵਾਲਾ ਗਲਤ ਗੁਲਤ ਕੰਮ ਕੋਈ ਅਸੀਂ ਨਹੀਂ ਕਰਦੇ, ਇਸ ਗੱਲ ਦੀ ਗਾਰੰਟੀ। ਔਰ ਜੋ ਫੀਸ ਲੈਣੀ ਹੈ ਅਸੀਂ ਕਹਿ ਕੇ ਲੈਣੀ ਹੈਗੀ ਆ, ਉਸ ਦੇ ਵਾਸਤੇ ਕੋਈ ਕੰਪਰੋਮਾਈਜ਼ ਨਹੀਂ, ਕੋਈ ਡਿਸਕਸ਼ਨ ਨਹੀਂ। ਵੈਲਕਮ, ਬਹੁਤ ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ, ਧੰਨਵਾਦ ਜੀ।